ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਇੱਕ ਦੇਵ ਹੈ ਬੰਦਤ ਹੋਂ ਭਵ ਮੈਂ, ਜੋਇ ਚਾਤਰ ਤੇ ਖਲ ਸੇਵ ਕਰਾਏ। ਜਗ ਭਿਛਕ ਕੋ ਖਿਨ ਏਕ ਪਏ, ਮਹਿ ਮੰਡਲ ਰਾਜ ਕੋ ਸੂਖ ਪੁਗਾਏ। ਇੱਕ ਦੇਵ ਹੈ ਬੰਦਤ ਹੋਂ ਭਵ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਪੰਡਿਤ ਗੁਲਾਬ ਸਿੰਘ ਜੀ ਦੀ ਕ੍ਰਿਤ ਭਾਵ ਰਸਾਮ੍ਰਿਤ ਗ੍ਰੰਥ ਪੜ੍ਹ ਰਹੇ ਹਾਂ, ਜਿਹਦੇ 29 ਸਵਈਏ ਦੋਹਰਿਆਂ ਸਵਈਆਂ ਦੇ ਸਮੇਤ 29 ਛੰਦ ਪੂਰੇ ਹੋ ਚੁੱਕੇ ਹੈ। ਉਹ ਆਪਾਂ ਪੁੰਨਾਂ ਦੇ ਸੰਬੰਧ ਵਿੱਚ ਕੱਲ੍ਹ ਪੜ੍ਹਿਆ ਸੀ। ਅੱਗੇ ਕਵੀ ਗੁਲਾਬ ਸਿੰਘ ਜੀ ਕਰਮਾਂ ਅਤੇ ਪਰਮੇਸ਼ਰ ਦੀ ਜਿਹੜੀ ਅਗਾਧ ਗਤੀ, ਉਹਦਾ ਵਰਣਨ ਅੱਜ ਦੇ ਸਵਈਏ ਵਿੱਚ ਕਰ ਰਹੇ ਹਨ। ਆਓ ਆਪਾਂ ਉਹਨੂੰ ਸਰਵਣ ਕਰੀਏ। ਇੱਕ ਦੇਵ ਹੈ ਬੰਦਤ ਹੋਂ ਭਵ ਮੈਂ। ਕਹਿੰਦੇ ਹੈ, ਹੇ ਮਾਈ ਭਾਈ, ਇਹ ਸੰਸਾਰ ਦੇ ਭਾਵ ਮੈਂ, ਇਸ ਸੰਸਾਰ ਦੇ ਵਿੱਚ ਇੱਕ ਦੇਵ ਹੈ। ਇੱਕ ਜੋ ਦੇਵ ਹੈ ਪ੍ਰਕਾਸ਼ ਰੂਪ ਦੇਵ ਹੈ, ਪੂਜਨੀਕ। ਉਹ ਕੀ ਹੈ? ਪਰਮਾਤਮਾ ਇੱਕੋ ਇੱਕ। ਬੰਦਤ ਹੋਂ, ਮੈਂ ਉਸ ਨੂੰ ਬੰਦਤ ਨਮਸਕਾਰ ਕਰਦਾ ਹਾਂ। ਜਾਂ ਹੋਂ ਦਾ ਅਰਥ ਮੇਰਾ, ਮੇਰੀ। ਸੰਸਾਰ ਦੇ ਵਿੱਚ ਇੱਕ ਦੇਵ ਹੈ ਪੂਜਨੀਕ ਪਰਮਾਤਮਾ ਨੂੰ ਹੋਂ ਮੇਰੀ ਬੰਦਤ ਨਮਸਕਾਰ ਹੋਵੇ। ਜੋਇ ਚਾਤਰ ਤੇ ਖਲ ਸੇਵ ਕਰਾਏ, ਜਿਹਦੀ ਐਸੀ ਅਗਾਧ ਗਤੀ ਆ। ਕਹਿੰਦੇ ਵੀ ਜਿਹੜਾ ਪਰਮਾਤਮਾ ਚਾਤਰ, ਜਿਹੜੇ ਬੜੇ ਬੜੇ ਚਲਾਕ ਸਿਆਣੇ ਮਨੁੱਖ ਤੇ ਉਹਨਾਂ ਤੋਂ, ਤੇ ਇਹਦਾ ਅਰਥ ਤੋਂ, ਉਹਨਾਂ ਤੋਂ ਖਲ ਮੂਰਖਾਂ ਦੀ ਸੇਵ ਟਹਿਲ ਚਾਕਰੀ ਕਰਵਾ ਦਿੰਦਾ ਹੈ। ਇੱਥੇ ਕਹਾਏ ਪਾਠ ਲਿਖਿਆ, ਕਹਾਏ ਗਲਤ ਹੈ, ਕਰਾਏ ਪਾਠ ਹੈ। ਜੋ ਚਾਤਰ ਤੇ ਖਲ ਸੇਵ ਕਰਾਏ, ਵੀ ਜਿਹੜਾ ਚਾਤਰ ਪੁਰਸ਼ਾਂ ਚਲਾਕਾਂ ਤੋਂ ਮੂਰਖਾਂ ਦੀ ਸੇਵਾ ਕਰਵਾ ਦਿੰਦਾ ਹੈ, ਐਸੇ ਦੇਵ ਹੈ ਪਰਮੇਸ਼ਰ ਪੂਜਨੀਕ ਨੂੰ ਮੈਂ ਗੁਲਾਬ ਸਿੰਘ ਸੰਸਾਰ ਵਿੱਚ ਰਹਿੰਦਿਆਂ ਨਮਸਕਾਰ ਕਰਦਾ ਹਾਂ। ਜਗ ਭੇਛਕ ਕੋ ਖਿਨ ਏਕ ਭਏ, ਜੋ ਪ੍ਰਭੂ ਪਰਮੇਸ਼ਰ ਇਹ ਸੰਸਾਰ ਦੇ ਅੰਦਰ ਭਿਛਕ, ਸੰਸਾਰ ਜਗ ਭਿਛਕ, ਸੰਸਾਰ ਦੇ ਅੰਦਰ ਇੱਕ ਭਿਛਕ ਜਿਹੜਾ ਭਿਖਿਆ ਮੰਗਣ ਵਾਲਾ, ਭਿਖਿਆ ਮੰਗ ਕੇ ਖਾਣ ਵਾਲਾ ਮੰਗਤਾ, ਉਸ ਮੰਗਤੇ ਨੂੰ ਖਿਨ ਏਕ ਭਏ। ਇੱਕ ਖਿਨ ਦੇ ਸਮੇਂ ਹੋਏ ਤੋਂ ਹੀ ਇੱਕ ਖਿਨ ਏਕ ਭਏ, ਇੱਕ ਖਿਨ ਅੱਖ ਦੇ ਝਮੱਕੇ ਮਾਤਰ ਸਮੇਂ ਦੇ ਹੋਏ ਤੋਂ ਹੀ ਮੈਂ ਮੰਡਲ ਰਾਜ ਕੋ ਸੂਖ ਪੁਗਾਏ। ਮਹਿ ਮੰਡਲ, ਮਹਿ ਨਾਮ ਧਰਤੀ ਦਾ, ਮੰਡਲ ਦਾ ਸਥਾਨ ਦਾ, ਧਰਤੀ ਸਥਾਨ, ਧਰਤੀ ਮੰਡਲ ਦਾ ਰਾਜ ਕੋ ਰਾਜ ਭਾਗ ਬਖਸ਼ ਕੇ ਸੂਖ ਪੁਗਾਏ, ਤੇ ਉਹਦੇ ਸਾਰੇ ਸੁੱਖ ਭੁਗਤਾ ਦਿੰਦਾ ਹੈ। ਐਸਾ ਹੈ ਪਰਮੇਸ਼ਰ। ਮੈਂ ਮੰਡਲ ਕੇ ਪਤ ਕੋ ਖਿਨ ਮੈਂ, ਤੇ ਵੇਖੋ ਉਹਦੀ ਗਤੀ ਵੀ ਜਿਹਦੇ ਜਿਹੜਾ ਭਿੱਖਿਆ ਮੰਗ ਕੇ ਖਾਂਦਾ, ਇੱਕ ਖਿਨ ਹੋਏ ਤੋਂ ਹੀ ਧਰਤੀ ਮੰਡਲ ਦਾ ਰਾਜ ਦਾ ਸੁੱਖ ਭੁਗਤਾ ਦਿੰਦਾ ਹੈ। ਫਿਰ ਜਿਹੜੇ ਮਹਿ ਮੰਡਲ, ਧਰਤੀ ਮੰਡਲ ਦੇ ਕਿਹਦਾ ਅਰਥ ਦੇ ਪਤ ਕਹੀਏ ਮਾਲਕ, ਧਰਤੀ ਮੰਡਲ ਦੇ ਪਤੀ ਮਾਲਕ ਜਿਹੜੇ ਰਾਜੇ ਆ, ਉਹ ਉਹਨਾਂ ਨੂੰ ਖਿਨ ਮੈਂ, ਇੱਕ ਖਿਨ ਦੇ ਵਿੱਚ ਹੀ, ਖਿਨ ਦੇ ਸਮੇਂ ਵਿੱਚ ਹੀ ਦਰ ਹੀ ਦਰ ਬਾਹੇ ਸੋ ਭੀਖ ਮੰਗਾਏ। ਦਰ ਹੀ ਦਰ, ਦਰਾਂ ਦਰਾਂ 'ਤੇ, ਦਰਵਾਜ਼ਿਆਂ ਦੇ ਵਿੱਚ ਸੋ ਭੀਖ ਮੰਗਾਏ, ਉਹ ਪਰਮੇਸ਼ਰ ਭਿਕਸ਼ਾ ਮੰਗਵਾ ਦਿੰਦਾ, ਇਹੋ ਜਿਹਾ ਹਾਲਤ ਕਰ ਦਿੰਦਾ।
ਉਹ ਜਿਵੇਂ ਦਾਰਾ ਸ਼ਿਕੋਹ ਅਤੇ ਸ਼ਾਹਜਹਾਂ ਦੀ ਹਾਲਤ ਹੋਈ ਸੀ। ਇਹਨੇ ਵੀ ਸ਼ੰਕਾ ਕੀਤਾ ਸੀ ਕਿ ਜਦੋਂ ਬਚਨ ਮਹਾਰਾਜ ਸਿੱਖ ਪੜ੍ਹਦਾ ਸੀ ਆਸਾ ਦੀ ਵਾਰ ਦੇ ਨਜ਼ਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਸ਼ੰਕਾ ਕੀਤੀ ਸੀ। ਫਿਰ ਇਹਨੇ ਵੀ ਛੋਲਿਆਂ ਦੀ ਫਸਲ ਨੂੰ ਮੂੰਹ ਮਾਰ ਕੇ ਤੇ ਰੋਇਆ ਸੀ। ਅਤੇ ਉਹ ਗੁਰਬਾਣੀ ਵਿੱਚ ਵੀ ਭਗਤ ਕਬੀਰ ਮਹਾਰਾਜ ਦੇ ਬਚਨ ਆਉਂਦੇ ਆ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ, ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ, ਜਲ ਤੇ ਥਲ ਕਰ ਥਲ ਤੇ ਕੂਆ ਕੂਬ ਤੇ ਮੇਰ ਕਰਾਵੇ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ। ਉਹ ਸਾਰਾ ਸ਼ਬਦ ਇਸੇ ਤਰ੍ਹਾਂ ਹੀ ਹੈ। ਐਸਾ ਪਰਮੇਸ਼ਰ ਬਲੀ ਹੈ। ਉਹਦਾ ਦੱਸ ਰਿਹਾ ਮਹਿਮੰਡਲ ਕੇ ਪਤ ਕੋ ਖਿੰਨ ਮੈਂ ਖਿੰਨ ਦੇ ਵਿੱਚ ਧਰਤੀ ਮੰਡਲ ਦੇ ਜਿਹੜੇ ਪਤੀ ਰਾਜੇ ਹੈ ਉਹਨਾਂ ਨੂੰ ਦਰ ਹੀ ਦਰ ਮਾਹੇ, ਦਰਵਾਜ਼ਿਆਂ ਹੀ ਦਰਵਾਜ਼ਿਆਂ ਦੇ ਵਿੱਚ ਸੋ ਭੀਖ ਮੰਗਾਏ। ਉਹ ਪਰਮਾਤਮਾ ਭਿਕਸ਼ਾ ਮੰਗਵਾ ਦਿੰਦਾ ਹੈ। ਭਵ ਮਾਹੇ ਅਗਾਧ ਗਤੀ ਤਿਨ ਕੀ, ਸੇ ਭਵ ਮਾਹੇ ਸੰਸਾਰ ਦੇ ਵਿੱਚ ਤਿੰਨ ਕੀ ਉਸ ਪਰਮੇਸ਼ਰ ਪਰਮਾਤਮਾ ਦੀ ਅਗਾਧ ਗਤੀ, ਬਹੁਤ ਅਗਾਧ ਕਹੀਏ ਬਹੁਤ ਜਿਹੜੀ ਡੂੰਘੀ, ਅਗਾਧ ਹੁੰਦਾ ਡੂੰਘੀ, ਬਹੁਤ ਡੂੰਘੀ ਗਤੀ ਚਾਲ ਰੀਤੀ ਹੈ। ਜਾਂ ਵੀ ਤਿੰਨ ਕਿ ਉਹਨਾਂ ਕਰਮਾਂ ਦੀ ਇਸ ਸੰਸਾਰ ਵਿੱਚ ਬਹੁਤ ਹੀ ਅਗਾਧ ਡੂੰਘੀ ਗਤੀ ਰੀਤੀ ਹੈ। ਸਭ ਹਾਰ ਪਰੇ ਗਤ ਕੋਈ ਨਾ ਪਾਏ, ਸਾਰੇ ਲੋਕ ਥੱਕ ਹਾਰ ਗਏ ਹਨ, ਪਰੰਤੂ ਉਸ ਪਰਮਾਤਮਾ ਦੀ ਇਹ ਕਰਮਾਂ ਦੀ ਚੱਕਰਾਂ ਦੀ ਜਿਹੜੀ ਗਤੀ ਹੈ, ਰੀਤੀ ਹੈ, ਚਾਲ ਕੋਈ ਨਾ ਪਾਏ, ਕੋਈ ਵੀ ਪ੍ਰਾਪਤ ਨਹੀਂ ਕਰ ਸਕਿਆ ਹੈ। ਸਵਈਆ ਜਗ ਬੀਰਨ ਕੇ ਕਰ ਤੀਰ ਹਰੇ। ਫਿਰ ਉਹ ਪ੍ਰਭੂ ਇਹ ਸੰਸਾਰ ਦੇ ਅੰਦਰ ਜਗ ਬੀਰਨ, ਜਗ ਕਹੀਏ ਸੰਸਾਰ, ਇਹ ਬਾਰ ਅਰਥ ਉਹੀ ਆ ਜਾਂਦਾ ਹੈ। ਜਗ ਦਾ ਅਰਥ ਜੀਵ ਵੀ ਹੁੰਦਾ ਅਤੇ ਜਗ ਦਾ ਅਰਥ ਸੰਸਾਰ, ਇਹ ਤਾਂ ਸੰਸਾਰ ਲਾਉਣਾ। ਉਹ ਪ੍ਰਭੂ ਇਸ ਸੰਸਾਰ ਦੇ ਅੰਦਰ ਵੱਡੇ ਵੱਡੇ ਜਿਹੜੇ ਬੀਰਨ ਸੂਰਮੇ ਹੈ, ਉਹ ਸੂਰਮਿਆਂ ਕੇ ਘਰ, ਸੂਰਮਿਆਂ ਦੇ ਜਿਹੜੇ ਘਰ ਹੱਥਾਂ ਵਿੱਚੋਂ ਤੀਰ ਹਰੇ, ਤੀਰ ਕਮਾਨ ਹਰੇ ਚੁਰਵਾ ਦਿੱਤੇ, ਖੁਹਾ ਦਿੱਤੇ, ਨਾਸ਼ ਕਰਵਾ ਦਿੱਤੇ। ਉਹ ਸਾਖੀ ਅਰਜਨ ਦੀ ਇਸ ਤਰ੍ਹਾਂ ਹੁੰਦੀ, ਅਰਜਨ ਨਾਲ ਇਸੇ ਤਰ੍ਹਾਂ ਹੀ ਹੋਇਆ ਸੀ। ਸੰਸਾਰ ਵਿੱਚ ਸੂਰਮਾ ਵੀ ਸੀ, ਉਹਦੇ ਹੱਥ 'ਤੇ ਜਿਹੜੇ ਤੀਰ ਖਵਾ ਦਿੱਤੇ ਸਨ, ਤੀਰ ਵੀ ਉਹ ਅਤੇ ਉਹ ਧਨਖ ਵੀ ਉਹੀ ਸੀ, ਅਰਜਨ ਵੀ ਉਹੀ ਹੋਏ, ਪਰ ਕੁਝ ਨਾ ਕਰ ਸਕਿਆ। ਮਹਾਂਭਾਰਤ ਦਾ ਯੋਧਾ ਸੂਰਬੀਰ ਜਿਹੜਾ ਅਰਜਨ ਹੈ, ਪੰਜੇ ਪਾਂਡਵਾਂ ਵਿੱਚੋਂ, ਉਹਦੇ ਨਾਲ ਇਸ ਤਰ੍ਹਾਂ ਦੀ ਗੱਲ ਹੋਈ ਸੀ। ਅੱਜ ਇਸ ਸਮੇਂ ਦੁਆਪਰ ਯੁੱਗ ਦੇ ਵਿੱਚ ਅਵਤਾਰ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਦੇਹ ਦਾ ਅੰਤ ਸਮਾਂ ਨੇੜੇ ਦੇਖਿਆ ਸੀ, ਸਰੀਰ ਛੱਡਣਾ ਹੁਣ, ਅਤੇ ਤਦੋਂ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਪਾਸ ਬੁਲਾ ਕੇ ਕਿਹਾ ਕਿ ਮੈਂ ਹੁਣ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ, ਤੂੰ ਮੇਰੀਆਂ ਗੋਪੀਆਂ ਨੂੰ ਰਡਵਾਸ ਕਢਾਉਣ ਦੇ ਲਈ ਦਵਾਰਕਾ ਤੋਂ ਹਸਤਨਾਪੁਰ ਲੈ ਜਾਣਾ ਕਰ, ਹਸਤਨਾਪੁਰ ਦਿੱਲੀ ਲੈ ਜਾਣਾ ਕਰ। ਜਦ ਭਗਵਾਨ ਕ੍ਰਿਸ਼ਨ ਜੀ ਬੈਕੁੰਠ ਧਾਮ ਪਧਾਰ ਗਏ, ਤਦ ਅਰਜਨ ਦਵਾਰਕਾ ਤੋਂ ਗੋਪੀਆਂ ਲੈ ਕੇ ਹਸਤਨਾਪੁਰ ਨੂੰ ਚੱਲ ਪਿਆ। ਜਦ ਰਸਤੇ ਵਿੱਚ ਭੀਲਾਂ ਦਾ ਦੇਸ਼ ਆਇਆ ਤਾਂ ਏਕਲਵਯ, ਜਿਹਨੇ ਅੰਗੂਠਾ ਆਪਣਾ ਕੱਟ ਕੇ ਗੁਰੂ ਨੂੰ ਦਿੱਤਾ ਸੀ, ਉਹ ਏਕਲਵਯ ਬਹੁਤ ਮਹਾਨ ਹੋਇਆ, ਕੁੱਤੇ ਦੇ ਮੂੰਹ 'ਚ ਵੀ ਤੀਰ ਮਾਰੇ ਸਨ। ਏਕਲਵਯ ਨੇ ਅਰਜਨ ਲਲਕਾਰ ਕਿਹਾ, ਹੇ ਅਰਜਨ, ਤੂੰ ਉਹੀ ਹੈ ਨਾ ਜਿਸ ਨੇ ਮੈਨੂੰ ਗੁਰੂ ਦਰੋਣਾਚਾਰਿਆ ਪਾਸੋਂ ਸ਼ਸਤਰ ਵਿਦਿਆ ਸਿੱਖਣ ਨਹੀਂ ਸੀ ਦਿੱਤੀ।
ਤੇ ਆਸ਼ਰਮ 'ਚੋਂ ਵੀ ਕਢਾ ਦਿੱਤਾ ਸੀ। ਫਿਰ ਤੇਰੇ ਕਰਕੇ ਵੇਲਾ ਗੁਰੂ ਦਰੋਣਾਚਾਰੀਆ ਨੇ ਮੇਰਾ ਸੱਜਾ ਅੰਗੂਠਾ ਦਕਸ਼ਨਾ ਵਿੱਚ ਲਿਆ। ਉਹ ਤਾਂ ਲਿਆ ਸੀ ਵੀ ਤੀਰ ਨਾ ਚਲਾ ਸਕੇ, ਅੰਗੂਠੇ ਨਾਲ ਚੱਲਣਾ ਨਾ। ਉਹਦਾ ਬਦਲਾ ਅੱਜ ਮੈਂ ਤੇਰੇ ਕੋਲ ਲੈਣਾ ਹੈ। ਇਹ ਇੱਕ ਲਵ ਹੈ, ਜਿੰਨਾ ਸੂਰਮਾ ਹੋਇਆ ਨਾ ਤੀਰ ਕਮਾਨ 'ਚੋਂ ਸ਼ਾਇਦ ਹੀ ਕੋਈ ਹੋਇਆ ਹੋਵੇ। ਦੇਖ ਭਾਵੇਂ ਮੇਰਾ ਸੱਜਾ ਅੰਗੂਠਾ ਵੀ ਕੱਟਿਆ ਹੋਇਆ, ਤੇਰੇ ਦੋਵੇਂ ਅੰਗੂਠੇ ਸਾਬਤ, ਬਦਲਾ ਮੈਂ ਲੈਣਾ ਹੈ ਅਤੇ ਤੇਰੇ ਨਾਲ ਮੈਂ ਜੰਗ ਕਰਨ ਨੂੰ ਕਹਿੰਦਾ ਤਿਆਰ ਹਾਂ। ਅਰਜਨ ਨੇ ਏਕਲਵਯ ਦਾ ਬਹੁਤ ਭਾਰੀ ਜੰਗ ਹੋਇਆ ਆਪੋ ਵਿੱਚ ਅਰਜਨ ਅਤੇ ਏਕਲਵਯ ਦਾ। ਤੀਰ ਚਲਾਉਂਦਿਆਂ ਚਲਾਉਂਦਿਆਂ ਅਰਜਨ ਦੇ ਸਾਰੇ ਤੀਰ ਖਤਮ ਹੋ ਗਏ। ਜਦ ਅਰਜਨ ਕੋਲ ਕੇਵਲ ਇੱਕ ਤੀਰ ਬਾਕੀ ਰਹਿ ਗਿਆ ਤਾਂ ਅਰਜਨ ਨੇ ਹਾਰ ਮੰਨ ਲਈ। ਭੀਲਾਂ ਨੇ ਸਾਰੀਆਂ ਗੋਪੀਆਂ ਬੰਦੀ ਬਣਾਉਣ ਲਈ ਘੇਰ ਲਈਆਂ। ਤਦੋਂ ਆਪਣੀ ਇੱਜ਼ਤ ਜਾਂਦੀ ਵੇਖ ਕੇ ਸਾਰੀਆਂ ਗੋਪੀਆਂ ਕਟਾਰਾਂ ਮਾਰ ਮਾਰ ਕੇ ਪ੍ਰਾਣ ਤਿਆਗ ਗਈਆਂ, ਆਪਣੇ ਆਪ ਮਰ ਗਈਆਂ। ਜਿੱਥੇ ਉਹਨਾਂ ਗੋਪੀਆਂ ਦਾ ਖੂਨ ਡੁੱਲਿਆ ਸੀ ਉਸ ਥਾਂ ਦੀ ਮਿੱਟੀ ਨੂੰ ਗੋਪੀ ਚੰਦਨ ਕਿਹਾ ਜਾਂਦਾ। ਹੁਣ ਉਹ ਗੁਰਬਾਣੀ 'ਚ ਵੀ ਆਉਂਦਾ ਹੈ ਕਿ ਨਹੀਂ ਤਿਲਕ ਗੋਪੀ ਚੰਦਨ ਲਾਇਆ, ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ। ਸੋ ਭਾਵ ਇਹ ਹੈ ਕਿ ਵੇਖੋ ਮਹਾਂਭਾਰਤ ਦੇ ਯੁੱਧ ਦਾ ਐਡਾ ਵੱਡਾ ਤਾਕਤਵਰ ਯੋਧਾ ਅਰਜਨ, ਦਰੋਣਾਚਾਰੀ ਦਾ ਸ਼ਿਸ਼, ਅਤੇ ਤੀਰਾਂ ਦੇ ਨਿਸ਼ਾਨੇ ਨਾਲ ਵੱਡੇ ਵੱਡੇ ਵੈਰੀ ਨਾਸ ਕੀਤੇ। ਪਰ ਸਮਾਂ ਵੇਖ ਲਓ, ਕਰਮਾਂ ਦੀ ਅਗਾਧ ਗਤੀ ਵੇਖ ਲਓ, ਪਰਮੇਸ਼ਰ ਦੀ ਡੂੰਘੀ ਵਿਚਾਰ ਰੀਤੀ ਵੇਖ ਲਓ। ਐਸੀ ਕਰਵਟ ਲਈ ਮਹਾਂਬਲੀ ਅਰਜਨ ਨੂੰ ਭੀਲਾਂ ਦੇ ਅੱਗੇ ਹਾਰਨਾ ਪਿਆ, ਛੋਟੀ ਜਾਤ ਵਾਲਿਆਂ ਦੇ ਅੱਗੇ। ਅਲੌਕਿਕ ਪ੍ਰਮਾਣ ਵੀ ਹੈ, ਸਮੇਂ ਬਿਨਾ ਨਰ ਕਿਆ ਕਰੇ, ਸਮਾਂ ਸਮੇਂ ਬਲਵਾਨ। ਅਰਜਨ ਗਵਾਈਆਂ ਗੋਪੀਆਂ, ਵਹੀ ਧਨਕ ਵਹੀ ਬਾਣ। ਉਹੀ ਅਰਜਨ, ਉਹੀ ਉਹ ਧਨਕ, ਉਹੀ ਉਹ ਬਾਣ ਜਿਹੜਾ ਮਹਾਂਭਾਰਤ ਦੇ ਯੁੱਧ 'ਚ ਲਾਇਆ, ਪਰ ਇੱਥੇ ਕੁਝ ਨਹੀਂ ਚੱਲਿਆ। ਵੇਖ ਲਓ, ਤਾਂ ਇਹ ਗੱਲ ਕਹਿ ਰਹੇ ਜਗ ਬੀਰਨ ਕੇ ਕਰ ਤੀਰ ਹਰੇ। ਵੇਖ ਲਓ ਵੀ ਉਹ ਪ੍ਰਭੂ ਦੇ ਰੰਗ ਇਸ ਸੰਸਾਰ ਦੇ ਵਿੱਚ ਵੱਡੇ ਵੱਡੇ ਬੀਰਨ ਸੂਰਮੇ ਹੋਏ, ਅਤੇ ਜਿਨ੍ਹਾਂ ਦੇ ਕਾਰਕ ਇਹ ਹੱਥਾਂ ਦੇ ਤੀਰ ਹਰੇ ਖੁਹਾ ਦਿੱਤੇ, ਤੀਰ ਕਮਾਣ ਹਰੇ ਖੁਹਾ ਦਿੱਤੇ ਸਨ। ਹਰ ਧੀਰਨ ਕੇ ਔਰ ਧੀਰ ਛੁਡਾਏ। ਅਤੇ ਆਰ ਕਹੀਏ ਅਤੇ ਜਿਹੜੇ ਵੱਡੇ ਵੱਡੇ ਧੀਰਜ ਧਾਰੀ ਸਨ ਕਿ ਔਰ ਉਹਨਾਂ ਦੇ ਔਰ ਹਿਰਦੇ ਦੇ ਜਿਹੜੇ ਧੀਰਜਤਾ ਛੁਡਾਏ, ਉਹ ਛੁਡਾ ਦਿੱਤੀ। ਵੀ ਜਿਵੇਂ ਉਹ ਰਾਮਚੰਦਰ ਭਗਵਾਨ ਬਨਵਾਸ ਨੂੰ ਚੱਲੇ ਤਾਂ ਉਹਨਾਂ ਦੇ ਪਿਤਾ ਰਾਜਾ ਦਸ਼ਰਥ ਦੀ ਧੀਰਜਤਾ ਨਾ ਰੱਖ ਸਕੇ। ਵੇਖ ਲਓ, ਵਿਛੋੜੇ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। ਵਸ਼ਿਸ਼ਟ ਮੁਨੀ ਦੇ 100 ਪੁੱਤਰ ਤਪ ਕਰਦੇ, ਜਦੋਂ ਵਿਸ਼ਵਾਮਿੱਤਰ ਨੇ ਇੱਕ ਇੱਕ ਕਰਕੇ ਮਾਰ ਦਿੱਤੇ ਅਤੇ ਉਹਨੇ ਵੀ ਧੀਰਜਤਾ ਛੱਡ ਦਿੱਤੀ, ਆਤਮ ਹੱਤਿਆ ਕਰ ਲਈ। ਬਿਆਸ ਦਰਿਆ 'ਤੇ ਫਾਹੀ ਲੈਣ ਲੱਗਾ ਸੀ, ਸਤਲੁਜ ਵਿੱਚ ਡੁੱਬ ਕੇ ਮਰ ਲੱਗਾ। ਇਹ ਤਾਂ ਹੀ ਨਾ ਪਏ ਸਤਲੁਜ ਅਤੇ ਬਿਆਸ। ਫਿਰ ਕੇਸਗੜ੍ਹ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਜਿਹੜੇ ਪਹਾੜ ਹੈ, ਉੱਥੇ ਪੱਥਰਾਂ ਨਾਲ ਸਿਰ ਟਕਰਾ ਕੇ ਮਰ ਲੱਗਾ ਸੀ ਅਤੇ ਬੁਰਾ ਹਾਲ ਹੋਇਆ ਸੀ। ਉਹ ਆਕਾਸ਼ਬਾਣੀ ਰਾਹੀਂ ਕਿਤੇ ਸ਼ਾਂਤ ਹੋਇਆ ਸੀ। ਇੰਨੇ ਵੱਡੇ ਰਿਸ਼ੀ ਮੁਨੀਆਂ ਦੀ ਧੀਰਜਤਾ ਛਡਾ ਦਿੱਤੀ ਕਰਮਾਂ ਦੀ ਗਾਧ ਗਤੀ ਨੇ, ਪਰਮੇਸ਼ਰ ਨੇ। ਵੇਖੋ ਰਾਮਚੰਦਰ ਭਗਵਾਨ ਵੀ ਉਹ ਸਰਜੂ ਨਦੀ 'ਚ ਛਾਲ ਮਾਰ ਕੇ ਸਾਰੀ ਆਪਣੀ ਅਯੁੱਧਿਆਪੁਰੀ ਨੂੰ ਨਾਲ ਲੈ ਕੇ ਚਲੇ ਗਏ। ਧੀਰਜ ਛੁੱਟ ਗਏ ਸਨ ਨਾ ਸਾਰਿਆਂ ਦੇ। ਹਰ ਧੀਰਨ ਕੇ ਔਰ ਧੀਰ ਛੁਡਾਏ। ਧੀਰਜ ਧਾਰੀਆਂ ਦੇ ਔਰ ਰਿਦੇ ਦੇ ਧੀਰਜ ਛੁਡਾ ਦਿੱਤੇ। ਖਲ ਕਾਤਰ ਕੋ ਮਹਿ ਮੰਡਲ ਮਹਿ। ਫਿਰ ਇਸ ਮੰਡਲ ਮਹਿ, ਇਹ ਧਰਤੀ ਮੰਡਲ ਦੇ ਮਹਿ ਮੰਡਲ ਮਹਿ। ਮਹਿ ਮੰਡਲ, ਪਹਿਲੇ ਮਹਿ ਦਾ ਅਰਥ ਧਰਤੀ ਮੰਡਲ, ਅਤੇ ਦੂਜੇ ਮਹਿ ਦਾ ਅਰਥ ਵਿੱਚ। ਧਰਤੀ ਮੰਡਲ ਦੇ ਵਿੱਚ ਰਹਿਣ ਵਾਲੇ ਜਿਹੜੇ ਖਲ ਕਾਤਰ, ਮੂਰਖ ਅਤੇ ਕਾਤਰ ਡਰਪੋਕ। ਉਹ ਖਲ ਮੂਰਖਾਂ ਨੂੰ ਅਤੇ ਕਾਤਰ ਡਰਪੋਕਾਂ ਨੂੰ ਜਨ ਕੋਵਿਦ ਬੀਰਨ ਬੀਰ ਕਹਾਏ। ਐਸੀ ਕਰਮਾਂ ਦੀ ਗਤੀ ਨੇ ਜਿਹੜੇ
ਜਨ ਇਹੋ ਜਿਹੇ ਮਨੁੱਖ ਸਨ ਕਾਤਰ, ਡਰਪੋਕ, ਖਲ ਮੂਰਖ। ਉਹਨਾਂ ਨੂੰ ਸਮੇਂ ਦੇ ਹਾਲਾਤ ਕਰਕੇ, ਪਰਮੇਸ਼ਰ ਦੇ ਕਰਮਾਂ ਦੀ ਗਾਦਗਦੀ ਕਰਕੇ ਉਹਨਾਂ ਖਲ ਮੂਰਖ ਜਨਾਂ ਨੂੰ ਕੋਵਿਦ ਵਿਦਵਾਨ ਬਣਾ ਦਿੱਤਾ ਅਤੇ ਕਾਤਰ ਡਰਪੋਕਾਂ ਨੂੰ ਵੀਰ ਨਕਈਏ ਸੂਰਮੇ ਬਣਾ ਦਿੱਤਾ ਅਤੇ ਵੀਰ ਕਹਾਏ। ਉਹ ਜਿਹੜੇ ਡਰਪੋਕ ਸਨ ਉਹ ਵੀਰ ਸੂਰਮੇ ਬਣਾ ਦਿੱਤੇ ਅਤੇ ਸੂਰਮਿਆਂ ਦੇ ਸੂਰਮੇ ਅਖਵਾਉਣ ਲੱਗ ਪਏ। ਇਉਂ ਜਿਹਾ ਅਰਥ ਅਨਵੇਂ ਕਰਕੇ ਲੱਗਦਾ ਖਲ ਕਾਤਰ ਕੋ ਮਹਿ ਮੰਡਲ ਮਹਿ, ਮੈਂ ਮੰਡਲ ਮਹਿ। ਇੱਥੋਂ ਅਰਥ ਚੁੱਕ ਲੈਣਾ ਵੀ ਇਸ ਧਰਤੀ ਮੰਡਲ ਦੇ ਵਿੱਚ ਰਹਿਣ ਵਾਲੇ ਖਲ ਜਿਹੜੇ ਮੂਰਖ ਸੀ ਉਹਨਾਂ ਨੂੰ ਕੋਵਿਦ ਕਹੀਏ ਵਿਦਵਾਨ ਬਣਾ ਦਿੰਦਾ ਹੈ ਪਰਮੇਸ਼ਰ। ਕਾਤਰ ਜਿਹੜੇ ਡਰਪੋਕ ਹੈ ਉਹ ਡਰਪੋਕ ਜਨ ਮਨੁੱਖਾਂ ਨੂੰ ਵਾਹਿਗੁਰੂ ਵੀਰਨ ਸੂਰਮੇ ਬਣਾ ਦਿੰਦਾ ਹੈ, ਜਿਸ ਕਰਕੇ ਵੀਰਨ ਵੀਰ ਕਹਾਏ। ਉਹ ਸੂਰਮੇ ਦੇ ਸੂਰਮੇ ਕਹਾਏ ਕਹਾਉਣ ਲੱਗ ਪੈਂਦੇ ਹੈ, ਅਖਵਾਉਣ ਲੱਗ ਪੈਂਦੇ ਹਨ। ਜਾਂ ਵੀਰਨ ਵੀਰ ਕਹਾਏ ਉਹ ਸੂਰਮੇ ਦੇ ਸੂਰਮੇ ਕਹਾਏ। ਗ੍ਰਹਿ ਦੋ ਡਗ ਨਾਹੀਂ ਪੱਗ, ਗ੍ਰਹਿ ਦੋ ਡਗ ਨਾਹੀਂ ਚੱਲੇ ਪੱਗ ਸੋ। ਜੋ ਮਨੁੱਖ ਆਪਣੇ ਗ੍ਰਹਿ ਕਹੀਏ ਘਰ ਵਿੱਚ ਸਭ ਐਸ਼ੋ ਇਸ਼ਰਤ ਨੌਕਰ ਚਾਕਰ ਹੋਣ ਦੇ ਕਾਰਨ ਦੋ ਡਗ ਕਹੀਏ ਕਦਮ ਵੀ ਨਾਹੀਂ ਚਲੇ ਪੱਗ ਸੋ। ਪੈਰਾਂ ਨਾਲ ਨਾ ਚੱਲੇ ਨਹੀਂ ਚੱਲੇ ਦੋ ਪੱਗ ਸੋ, ਦੋ ਡਗ ਪੱਗ ਸੋ। ਪੈਰਾਂ ਨਾਲ ਦੋ ਡਗ ਦੋ ਕਦਮ ਵੀ ਜਿਹੜੇ ਗ੍ਰਹਿ ਆਪਣੇ ਘਰ ਦੇ ਵਿੱਚੋਂ ਨਹੀਂ ਬਾਹਰ ਚੱਲੇ। ਤਿੰਨ ਕੋ ਗਿਰ ਕੋਟਨ ਕੋਟ ਲੰਘਾਏ, ਉਹਨਾਂ ਨੂੰ ਵੀ ਉਸ ਵਾਹਿਗੁਰੂ ਦੇ ਕਰਮਾਂ ਦੀ ਗਤੀ ਨੇ ਕੋਟਨ ਕਰੋੜ ਗਿਰ ਪਹਾੜਾਂ ਦੇ ਪਹਾੜ ਤੁਰਾ ਕੇ ਲੰਘਾ ਦਿੰਦਾ ਹੈ। ਜਾਂ ਉਹ ਕਰਮਾਂ ਦੀ ਗਤੀ ਐਸੀ ਹੈ ਕਿ ਪਹਾੜਾਂ ਵਿੱਚ ਕਰੋੜਾਂ ਕਦਮ ਭਟਕਾਇਆ ਉਹਨਾਂ ਨੂੰ। ਜਿਹੜੇ ਲੋਕ ਦੋ ਡਗ ਕਦਮ ਵੀ ਨਹੀਂ ਨਾ ਆਪਣੇ ਘਰ ਤੋਂ ਪੈਰਾਂ ਨਾਲ ਬਾਹਰ ਚੱਲੇ, ਤਿੰਨ ਕੋ ਉਹਨਾਂ ਮਨੁੱਖਾਂ ਨੂੰ ਪਰਮੇਸ਼ਰ ਪਹਾੜਾਂ ਦੇ ਰਸਤੇ ਕੋਟਾਨ ਕੋਟ ਕਰੋੜਾਨ ਕਰੋੜ ਪਹਾੜਾਂ ਦੇ ਉੱਪਰੋਂ ਦੀ ਲੰਘਾ ਦਿੰਦਾ ਹੈ। ਇਸੇ ਤਰ੍ਹਾਂ ਦੂਜਾ ਅਰਥ ਵੀ ਇਹਦਾ ਹੋ ਜਾਂਦਾ ਹੈ ਕਿ ਪਰਮੇਸ਼ਰ ਦੀ ਕਲਾ ਦਾ ਗ੍ਰਹਿ ਦੋ ਡਗ ਨਾਹੀਂ ਚਲੇ ਪੱਗ ਸੋ। ਜਿਹੜਾ ਮਨੁੱਖ ਆਪਣੇ ਗ੍ਰਹਿ ਘਰ ਤੋਂ ਦੋ ਡਗ ਦੋ ਕਦਮ ਨਹੀਂ ਨਾ ਚੱਲ ਸਕਦਾ ਪੈਰਾਂ ਨਾਲ ਆਪਣੇ, ਭਾਵ ਤੁਰਨ ਵਿੱਚ ਅਸਮਰਥ ਹੈ, ਪਿੰਗਲਾ ਹੈ ਜਾਂ ਪਿੰਗਲਾ ਸੀ, ਜਦੋਂ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਤਿੰਨ ਕੋ ਗਿਰ ਕੋਟਨ ਕੋਟ ਲੰਘਾਏ, ਤਿੰਨ ਉਹਨਾਂ ਪਿਆਰਿਆਂ ਨੂੰ ਗਿਰ ਜਿਹੜੇ ਪਹਾੜ ਹੈ ਪਹਾੜਾਂ ਦੇ ਉੱਪਰ ਕੋਟਨ ਕੋਟ ਕਰੋੜਾਂ ਹੀ ਕਰੋੜਾਂ ਕਦਮਾਂ ਨਾਲ ਚੱਲਣ ਦੀ ਸਮਰੱਥਾ ਦੇ ਦਿੰਦਾ ਹੈ ਜਾਂ ਦੇ ਦਿੱਤੀ ਉਸਨੇ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਗੁਰਬਾਣੀ ਵਿੱਚ ਵੀ ਕਹਿੰਦੇ ਮਹਾਰਾਜ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਇਸ ਤਰ੍ਹਾਂ ਸਾਧੂ ਦੀ ਸੰਗਤ ਦੀ ਮਹਿਮਾ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਧਰੇ। ਇਸ ਤਰ੍ਹਾਂ ਹੋ ਜਾਂਦੀ ਹੈ ਜੀ ਭਵ ਮਾਹੀ ਅਗਾਧ ਗਤੀ ਤਿੰਨ ਕੀ। ਇਹ ਭਾਈ ਇਸ ਸੰਸਾਰ ਦੇ ਵਿੱਚ ਤਿੰਨ ਕੀ ਉਸ ਪਰਮੇਸ਼ਰ ਦੀ ਜਾਂ ਕਰਮਾਂ ਦੀ ਅਗਾਧ ਬੜੀ ਡੂੰਘੀ ਜਿਹੜੀ ਗਤੀ ਚਾਲ ਹੈ।
ਸਭ ਹਾਰ ਪਰੇ ਗਤ ਕੋਇ ਨਾ ਪਾਏ। ਸਾਰੇ ਲੋਕ ਜੀਵ ਆਪੋ ਆਪਣੇ ਜੋਰ ਅਜਮਾ ਕੇ ਤਾਕਤਾਂ ਲਾ ਕੇ ਹਾਰ ਪਰੇ ਥੱਕ ਪਏ ਹਨ, ਪਰ ਉਸ ਪ੍ਰਭੂ ਦੀ ਜਿਹੜੀ ਗਤੀ ਚਾਲੀ ਰੀਤੀ ਕੋਈ ਨਾ ਪਾਏ, ਕੋਈ ਪ੍ਰਾਪਤ ਕਰ ਨਹੀਂ ਸਕਿਆ ਹੈ। ਸਵਈਆ ਸੁਤ ਪੰਡ ਮਹੀਪਤ ਕੇ ਜਿਹਨੇ, ਜਿਸ ਪਰਮੇਸ਼ਰ ਨੇ, ਜਿਹਨੇ ਕਹੀ ਜਿਸ ਪਰਮੇਸ਼ਰ ਨੇ ਸੁਤ ਪਾਂਡੂ ਰਾਜ ਦੇ ਜਿਹੜੇ ਪੁੱਤਰ ਪੰਜ, ਯੁਧਿਸ਼ਟਰ, ਭੀਮਸੈਨ, ਅਰਜਨ, ਸਹਿਦੇਵ ਤੇ ਨਕਲ। ਜਿਹੜਾ ਯੁਧਿਸ਼ਟਰ, ਭੀਮਸੈਨ ਤੇ ਅਰਜਨ ਇਹਦੇ ਕੁੰਤੀ ਦੀ ਉਦਰ ਤੋਂ ਹੋਏ ਹੈ। ਸਹਿਦੇਵ ਤੇ ਨਕਲ ਮਾਂਦਰੀ ਦੇ ਉਦਰ ਤੋਂ ਹੋਏ। ਇਹਨਾਂ ਪੰਡੂ ਰਾਜ ਦੇ ਪੁੱਤਰ ਪੰਜੇ ਪਾਂਡੂ, ਇਹਨਾਂ ਦੇ ਕੋਲੋਂ ਜਿਸ ਪਰਮੇਸ਼ਰ ਨੇ ਹਰ ਰਾਜ ਹੈ ਕਾਨਨ ਮਾਹੇ ਫਿਰਾਹੇ, ਇਹਨਾਂ ਦੇ ਕੋਲੋਂ ਜਿਹੜਾ ਰਾਜ ਹੈ, ਰਾਜ ਭਾਗ ਸੀ, ਹਰ ਉਹ ਖੋ ਕੇ, ਹਰ ਹਾਸ ਕਰਕੇ ਕਾਨਨ ਮਾਹੇ ਫਿਰਾਹੇ, ਉਹਨਾਂ ਨੂੰ ਜੰਗਲਾਂ ਦੇ ਵਿੱਚ ਫੇਰ ਨਾ ਕੀਤਾ। ਜਦੋਂ ਪੰਜੇ ਪਾਂਡਵ ਜੂਏ ਵਿੱਚ ਆਪਣਾ ਸਭ ਕੁਝ ਹਾਰ ਗਏ ਸੀ, ਤਦੋਂ ਜੂਏ ਵਿੱਚ ਰੱਖੀ ਸ਼ਰਤ ਮੁਤਾਬਕ ਵੀ 12 ਸਾਲ ਦਾ ਬਨਵਾਸ ਤੁਸੀਂ ਜਾਣਾ ਹੈ, 13ਵਾਂ ਸਾਲ ਗੁਪਤ ਰਹਿਣਾ ਹੈ। ਜੇ ਕਿਤੇ ਤੁਸੀਂ ਸਾਹਮਣੇ ਆ ਗਏ, ਦਿਖ ਪਏ 13ਵੇਂ ਸਾਲ, ਤੇ ਫਿਰ 12 ਸਾਲ ਦਾ ਬਨਵਾਸ। ਇਸ ਤਰ੍ਹਾਂ ਇਹਨਾਂ ਨੇ 12 ਸਾਲ ਬਨਵਾਸ ਵਿੱਚ ਰਹਿ ਕੇ ਫਲ ਫੁੱਲ ਖਾ ਕੇ ਬਤੀਤ ਕੀਤੇ ਸੀ, ਅਤੇ 1 ਸਾਲ ਜਿਹੜਾ ਗੁਪਤਵਾਸ ਕੀਤਾ ਸੀ ਵਿਰਾਟ ਰਾਜ ਦੇ ਕੋਲ ਨੌਕਰ, ਜਿੱਥੇ ਕਰੀਚਕ ਉਹਦਾ ਸਾਲੇ ਨੇ ਬੇਈਮਾਨੀ ਕੀਤੀ ਸੀ। ਮਹਾਰਾਜ ਕਹਿ ਰਹੇ ਪੰਡਿਤ ਜੀ, ਹਰ ਰਾਜ ਹੈ ਕਾਨਨ ਮਾਹੇ ਫਿਰਾਹੇ, ਉਹਨਾਂ ਦਾ ਰਾਜ ਭਾਗ ਹਰ ਨਾਸ ਕਰਕੇ ਖੋ ਕੇ ਤੇ ਜੰਗਲਾਂ ਦੇ ਵਿੱਚ ਫਿਰਾ ਦਿੱਤਾ। ਖਿਨ ਮਾਹੇ ਸੋ ਛਤਰ ਛਨਾਏ ਲਏ, ਇੱਕ ਛਿਨ ਦੇ ਵਿੱਚ ਹੀ ਉਹ ਪਾਂਡਵਾਂ ਦੇ ਸਿਰ ਤੋਂ ਰਾਜ ਭਾਗ ਦਾ ਛਤਰ ਛਿਨਾਏ ਛੀਨ ਲਿਆ, ਛਿਨਾਏ ਖੋ ਲਿਆ। ਭਾਵ ਐਸਾ ਤੁਸਾਂ ਨੇ ਕਰ ਦਿੱਤਾ ਸੀ। ਇਸੇ ਪ੍ਰਕਾਰ ਦੁਰਯੋਧਨ ਕੇ ਤਨ ਭੂਮਰ ਲਾਏ। ਹੁਣ ਅਰਥ ਬਣਾਉਣ ਵਾਸਤੇ ਉੱਪਰੋਂ ਲੈ ਲੈਣ। ਖਿਨ ਮਾਹੇ ਸੋ ਛਤਰ ਛਨਾਏ ਲਏ, ਉਹਨਾਂ ਨੂੰ ਜੰਗਲਾਂ 'ਚ ਫਿਰਾ ਦਿੱਤਾ। ਦੁਰਯੋਧਨ ਛਤਰ ਝੁਲਾ ਦਿੱਤਾ। ਫਿਰ ਉਹ ਕਲਾ ਕੀ ਵਰਤੀ, ਕਰਮਾਂ ਦੀ ਅਗਾਧ ਗਤੀ। ਇੱਕ ਛਿਨ ਵਿੱਚ ਹੀ ਮਹਾਂਭਾਰਤ ਦਾ ਯੁੱਧ ਹੋਇਆ। ਕੈਰਵਾਂ ਦੇ ਸਿਰ ਤੋਂ ਛਤਰ ਖੋਹ ਲਿਆ। ਛਤਰ ਛਨਾਏ ਲਏ, ਛਤਰ ਰਾਜ ਭਾਗ ਦਾ ਛਨਾਈ ਛੀਨ ਲਿਆ, ਖੋਹ ਲਿਆ। ਉਹਨਾਂ ਦੀ ਹਾਰ ਹੋ ਗਈ ਸੀ। ਦੁਰਯੋਧਨ ਕੇ ਤਨ ਭੂਮਰ ਲਾਏ, ਤੇ ਦੁਰਯੋਧਨ ਧ੍ਰਿਤਰਾਸ਼ਟਰ ਦੇ ਲੜਕੇ 100 ਭਰਾ ਦੁਸ਼ਾਸਨ ਹੋਣੀ, ਇਹਨਾਂ ਸਾਰਿਆਂ ਦੇ ਸਰੀਰਾਂ ਨੂੰ ਭੂਮਰ ਲਾਏ, ਧਰਤੀ ਦੇ ਵਿੱਚ ਰੋਲ ਦਿੱਤਾ। ਭੂਮ ਅਰਥ ਧਰਤੀ, ਤਨ ਸਰੀਰ। ਇਹਨਾਂ ਦੁਰਯੋਧਨ ਦੇ ਸਰੀਰਾਂ ਨੂੰ, ਦੁਰਯੋਧਨ ਦੇ ਭਰਾਵਾਂ ਦੇ ਸਰੀਰਾਂ ਨੂੰ ਭੂਮ ਧਰਤੀ ਵਿੱਚ ਰਲਾ ਦਿੱਤਾ। ਉਹ ਕਹਿੰਦੇ ਆ ਕਿ ਦੁਰਯੋਧਨ ਦੇ ਸਾਰੇ ਸਰੀਰ ਨੂੰ ਜਿਹੜਾ ਗੰਧਾਰੀ ਨੇ ਆਪਣੀ ਦ੍ਰਿਸ਼ਟੀ ਨਾਲ ਬੱਜਰ ਹੀ ਬਣਾ ਦਿੱਤਾ ਸੀ। ਕੇਵਲ ਪੱਟਾਂ ਵਾਲਾ ਹਿੱਸਾ ਨਰਮ ਰਿਹਾ ਸੀ। ਤੇ ਭੀਮਸੈਨ ਨੇ ਉਹ ਜਗ੍ਹਾ ਗਦਾ ਮਾਰ ਮਾਰ ਕੇ ਦੁਰਯੋਧਨ ਨੂੰ ਮਾਰ ਬਕਾਇਆ ਸੀ। ਉਹਦਾ ਸਰੀਰ ਬੱਜਣ ਹੋਰ ਕਰਕੇ ਨਾ ਸੜਿਆ, ਨਾ ਗਿਲਜਾ ਆਦਿਕ ਨੇ ਖਾਧਾ, ਜਿਸ ਕਰਕੇ ਧਰਤੀ ਵਿੱਚ ਹੀ ਰੁਲਦਾ ਰਿਹਾ ਸੀ। ਤੇ ਉਹ ਗੁਰਬਾਣੀ ਵਿੱਚ ਵੀ ਆਉਂਦਾ ਨਾ, ਮੇਰੀ ਮੇਰੀ ਕਾਰੋ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚੱਲੇ ਥਾ ਦੇਹੀ ਗਿਰਜ ਨਾ ਖਾਈ। ਦੇਹੀ ਪੱਥਰ ਹੋਈ ਸੀ, ਖਾਣੀ ਕਿੰਨੇ ਸੀ, ਗਿਰਜਾ ਨੇ ਵੀ ਨਾ ਖਾਧੀ। ਉਹ ਆਪਣੀ ਮਾਤਾ ਦੇ ਸਾਹਮਣੇ ਇਹ ਨੰਗਾ ਹੀ ਚੱਲਿਆ ਸੀ। ਇਹ ਜਿਹੜਾ ਜਿੱਥੇ ਗੁਰਜ ਵੱਜੇ ਵੀ ਥਾਂ ਬੱਜਰ ਹੋ ਜਾਣਾ ਸੀ। ਉਹ ਤੇ ਕ੍ਰਿਸ਼ਨ ਭਗਵਾਨ ਨੇ ਛਲ ਨਾਲ ਕਿਹਾ ਵੀ ਉਹ ਤੈਨੂੰ ਸ਼ਰਮ ਨਹੀਂ ਆਉਂਦੀ, ਜਿਸ ਮਾਂ ਨੇ ਸਾਰੀ ਉਮਰ ਆਪਣੀ ਅੱਖਾਂ ਦੀ ਪੱਟੀ ਬੰਨ੍ਹ ਛੱਡੀ ਹੈ ਵੀ
ਮੇਰੇ ਪਤੀ ਦੇ ਜੇ ਨੇਤਰ ਨਹੀਂ ਹੈਗੇ ਤੁਹਾਡੇ ਪਿਤਾ ਦੇ, ਤਾਂ ਮੈਂ ਵੀ ਉਸੇ ਤਰ੍ਹਾਂ ਰਹਿਣਾ। ਅਤੇ ਜਦੋਂ ਤੂੰ ਹੁਣ ਆਪਣੀ ਮਾਂ ਦੇ ਸਾਹਮਣੇ ਨੰਗਾ ਜਾਏਗਾ ਤੈਨੂੰ ਸ਼ਰਮ ਨਾ ਆਊਗੀ। ਇਸ ਤਰ੍ਹਾਂ ਉਹ ਦੱਸਿਆ ਯੁਧਿਸ਼ਠਰ ਨੇ ਸੀ ਢੰਗ ਤਰੀਕਾ, ਤੇਰੀ ਬੱਜਰ ਦੇ ਹੋ ਜੂ। ਕ੍ਰਿਸ਼ਨ ਨੇ ਸੋਚਿਆ ਬੜੀ ਮਾੜੀ ਗੱਲ, ਵੈਰੀ ਤਗੜਾ ਹੋ ਜੂ, ਤਾਂ ਕਰਕੇ ਫਿਰ ਉਹਨਾਂ ਰੋਕਿਆ ਸੀ ਇਹਨੂੰ। ਅਤੇ ਉਹ ਇੰਨੇ ਥਾਂ ਨੇ ਕੇਲਿਆਂ ਦੇ ਪੱਤਿਆਂ ਨਾਲ ਢੱਕਿਆ ਸੀ, ਉਹ ਥਾਂ ਰਹਿ ਗਿਆ ਨਰਮ ਸਰੀਰ, ਬਾਕੀ ਸਾਰਾ ਬੱਜਰ ਹੋਇਆ ਸੀ। ਅਤੇ ਦੁਰਯੋਧਨ ਕੇ ਤਨ ਭੂਮਰ ਲਾਏ, ਉਹ ਜਿੱਥੇ ਪੱਤਿਆਂ ਨਾਲ ਢੱਕਿਆ ਸਰੀਰ, ਉਹ ਸਰੀਰ 'ਤੇ ਭੀਮਸੈਨ ਗੁਰਜ ਮਾਰਦਾ ਰਿਹਾ ਅਤੇ ਮਰ ਗਿਆ। ਅਤੇ ਦੁਰਯੋਧਨ ਦਾ ਜਿਹੜਾ ਸਰੀਰ ਬੱਜਰ ਹੋਇਆ ਪਿਆ ਸੀ, ਇਸ ਕਰਕੇ ਧਰਤੀ ਵਿੱਚ ਰੁਲਦਾ ਰਿਹਾ। ਨਾ ਸੜਿਆ ਨਾ ਗਿਲਜਾਂ ਨੇ ਖਾਧਾ ਸੀ, ਨਲ ਸੇ ਮਹਿਪਾਲ ਕੇ ਰਾਜ ਹਰੇ। ਨਲ ਵਰਗੇ ਰਾਜੇ ਦੇ ਕੋਲੋਂ ਸਾਰਾ ਰਾਜ ਭਾਗ ਖੋਹ ਲਿਆ। ਇਹ ਰਾਜਾ ਜਿਹੜਾ ਨਲ ਹੈ, ਨਿਸ਼ਦ ਦੇਸ਼ ਦੇ ਚੰਦਰਵਾਸੀ ਰਾਜਾ ਵੀਰਸੈਨ ਦਾ ਪੁੱਤਰ ਸੀ। ਇਹਦਾ ਵਿਆਹ ਵਿਦਰਭਪਤੀ ਭੀਮ ਦੀ ਪੁੱਤਰੀ ਦਮਯੰਤੀ ਨਾਲ ਹੋਇਆ ਸੀ। ਅਤੇ ਨਲ ਰਾਜੇ ਨੇ ਆਪਣੇ ਛੋਟੇ ਭਰਾ ਪੁਸ਼ਕਰ ਨਾਲ ਜੂਆ ਖੇਡਿਆ। ਜੂਏ ਵਿੱਚ ਰਾਜਾ ਨਲ ਹਾਰ ਗਿਆ। ਇਹਦੇ ਭਰਾ ਨੇ ਇਹਨੂੰ ਘਰੋਂ ਕੱਢ ਦਿੱਤਾ। ਇਹਦਾ ਸਾਰਾ ਰਾਜ ਭਾਗ ਉਸਨੇ ਖੋਹ ਲਿਆ। ਤਦ ਰਾਜਾ ਨਲ ਜੰਗਲਾਂ ਵਿੱਚ ਭੁੱਖਾ ਪਿਆਸਾ ਵਿਚਾਰਾ ਦਿਨ ਕੱਢਦਾ ਰਿਹਾ। ਬੁਰੀ ਹਾਲਤ ਹੋ ਗਈ। ਇਹਦੀ ਘਰਵਾਲੀ ਵੀ ਸੀਤਾ ਜੀ ਵਾਂਗ ਇਹਦੇ ਨਾਲ ਹੀ ਇਹਦੇ ਦੁੱਖਾਂ ਦੀ ਭਾਈਵਾਲ ਬਣੀ, ਭਾਵ ਪਤੀਵਰਤਾ ਧਰਮ ਵਾਲੀ ਸੀ ਵਿਚਾਰੀ। ਜਦੋਂ ਜੰਗਲ ਵਿੱਚ ਭੁੱਖੇ ਦਿਨ ਕੱਟ ਰਹੇ ਸਨ, ਤਦੋਂ ਇੰਦਰ ਦੇਵਤੇ ਨੇ ਸੋਚਿਆ ਕਿ ਇਹਨਾਂ ਨੂੰ ਹੋਰ ਤੰਗ ਕੀਤਾ ਜਾਵੇ। ਉਹ ਕਬੂਤਰ ਬਣ ਕੇ ਸਾਹਮਣੇ ਆ ਬੈਠਾ। ਨਲ ਨੇ ਸੋਚਿਆ ਚਲੋ ਇਹ ਕਬੂਤਰ ਨੂੰ ਫੜ ਕੇ ਭੁੰਨ ਕੇ ਖਾਂਦੇ ਹਾਂ, ਕੋਈ ਭੁੱਖ ਤਾਂ ਦੂਰ ਹੋ ਜੂਗੀ। ਇਹ ਸੋਚ ਕੇ ਕਬੂਤਰ ਉੱਪਰ ਆਪਣਾ ਬਸਤਰ ਸੁੱਟਿਆ, ਪਰ ਕਬੂਤਰ ਉਹ ਕੱਪੜਾ ਵੀ ਲੈ ਕੇ ਉੱਡ ਗਿਆ। ਅੰਤ ਫਿਰ ਇਸਨੇ ਜੂਏ ਵਿੱਚ ਆਪਣੇ ਭਰਾ ਪੁਸ਼ਕਰ ਨੂੰ ਜਿੱਤ ਕੇ ਆਪਣੀ ਵਿਭੂਤੀ ਵਾਪਸ ਲੈਣਾ ਕੀਤੀ ਸੀ। ਫਿਰ ਪਰਮਾਤਮਾ ਦੀ ਆਗਾਦ ਗਤੀ ਦੇਖਣਾ ਕਰੋ ਕਿ ਇਹੋ ਜਿਹਾ ਹਾਲਤ ਹੋਈ ਸੀ। ਨਲ ਸੇ ਮਹਿਪਾਲ ਕੇ ਰਾਜ ਹਰੇ। ਨਲ ਵਰਗੇ ਜਿਹੜੇ ਮਹਿਪਾਲ ਰਾਜੇ ਹੈ, ਉਹਨਾਂ ਦੇ ਕੋਲੋਂ ਵੀ ਸਾਰਾ ਰਾਜ ਭਾਗ ਹਰੇ ਕਹੀਏ ਖੋਹ ਲਿਆ ਸੀ। ਕਰਮਾਂ ਦੀ ਗਾਦ ਗਤੀ ਨੇ ਹਰੀ ਚੰਦ ਬਨਾਰਸ ਜਾਏ ਵਿਕਾਏ। ਅਤੇ ਰਾਜਾ ਹਰੀ ਚੰਦ ਪਟਨਾ ਸ਼ਹਿਰ 'ਚ ਹੋਇਆ, ਜੋ ਸੂਰਜਵੰਸ਼ੀ ਰਾਜਾ ਸੀ, 28ਵਾਂ ਰਾਜਾ ਹਰੀ ਚੰਦ। ਅਤੇ ਇਹਨੂੰ ਹਰੀਸ਼ ਚੰਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਲੋਕ ਕਹਿੰਦੇ ਹੁੰਦੇ ਨੇ ਇਹ ਬੜਾ ਸਤ ਪਰਤੱਗੀ ਦਾਨੀ ਸੀ, ਤਾਂ ਹੀ ਲੋਕ ਕਹਿੰਦੇ ਨਾ ਤੂੰ ਵੱਡਾ ਹਰੀਸ਼ ਚੰਦਰ ਦੀ ਔਲਾਦ। ਇਹ ਉਹ ਹਰੀਸ਼ ਚੰਦਰ। ਅਤੇ ਵਸ਼ਿਸ਼ਟ ਮੁਨੀ ਨੂੰ ਇਹਨੇ ਗੁਰੂ ਧਾਰਨ ਕੀਤਾ ਸੀ। ਅਤੇ ਵਸ਼ਿਸ਼ਟ ਮੁਨੀ ਨੇ ਲੋਭ ਵਿੱਚ ਆ ਕੇ ਵੇਖ ਲਓ ਵੀ ਜੋ ਰਾਮਚੰਦਰ ਭਗਵਾਨ ਦੇ ਗੁਰੂ ਸਨ, ਅਤੇ ਉਹਨਾਂ ਨੇ ਲੋਭ ਕੀਤਾ। ਵਿਸ਼ਵਾਮਿੱਤਰ ਹੋਣਾ ਨੇ, ਵਸ਼ਿਸ਼ਟ ਜੀ ਨੇ, ਵਿਸ਼ਵਾਮਿੱਤਰ ਨੇ। ਉਹ ਸਾਖੀ ਗੁਰਬਾਣੀ ਵਿੱਚ ਵੀ ਬੜੀ ਜਿਹੜੀ ਵਿਸਥਾਰ ਨਾਲ ਆਉਂਦੀ ਹੈ। ਇੱਥੇ ਆਪਾਂ ਇੰਨਾ ਕੀ ਕਥਨ ਕਰੀਏ ਕਿ ਹਰੀ ਚੰਦ ਬਨਾਰਸ ਜਾਏ ਵਿਕਾਏ। ਸਾਖੀ ਉਂਝ ਹੈ ਕਿ ਹਰੀ ਚੰਦ ਵਰਗੇ ਰਾਜੇ ਸਤ ਪਰਤੱਗੀ ਪਟਨਾ ਸ਼ਹਿਰ 'ਚ ਹੋਏ ਏਡੇ ਦਾਨੀ, ਅਤੇ ਹਰੀ ਚੰਦ ਵਰਗਿਆਂ ਨੂੰ ਬਨਾਰਸ ਦੀ ਮੰਡੀ ਵਿੱਚ ਜਾਏ ਵਿਕਾਏ ਜਾ ਕੇ ਵਿਕਣਾ ਪਿਆ ਸੀ, ਕਰਮਾਂ ਦੀ ਅਗਾਧ ਗਤੀ ਕਰਕੇ। ਇਹ ਸਾਖੀ ਦੀ ਬਹੁਤ ਮਹਾਨ ਕਵੀ ਹਰੀ ਚੰਦ ਰਾਜੇ ਦੀ ਆਉਂਦੀ ਹੈ ਪ੍ਰਸੰਗ। ਭਾਵ ਤਾਂ ਇਹ ਹੈ ਕਹਿਣ ਦਾ ਵੀ ਇਹ ਹਰੀ ਚੰਦ ਵਰਗੇ ਵੇਖੋ ਵੱਡੇ ਵੱਡੇ ਰਾਜੇ ਵੀ ਉਸ ਪ੍ਰਭੂ ਦੀ ਅਗਾਧ ਗਤੀ ਜਿਹੜੀ ਹੈ ਉਹਨੂੰ ਪਾ ਨਹੀਂ ਸਕੇ, ਅਤੇ ਮੰਡੀਆਂ ਵਿੱਚ ਵਿਕਣਾ ਉਹਨਾਂ ਨੂੰ ਪੈ ਗਿਆ ਸੀ। ਵਿਸ਼ਵਾਮਿੱਤਰ ਵਰਗਿਆਂ ਨੇ ਵੀ ਉਹਦੇ ਨਾਲ ਧੋਖਾ ਕੀਤਾ ਸੀ। ਵਸ਼ਿਸ਼ਟ ਜੀ ਵੇਖ ਲਓ ਜਿਹੜੇ ਹੈ ਵਿਸ਼ਵਾਮਿੱਤਰ ਸ਼੍ਰੀ ਰਾਮ ਚੰਦਰ ਭਗਵਾਨ ਦੇ ਗੁਰੂ ਸਨ।
ਤੇ ਫਿਰ ਹੀ ਉਹਨਾਂ ਨੇ ਇਸ ਤਰ੍ਹਾਂ ਲੋਭ ਲਾਲਚ ਕੀਤਾ ਸੀ। ਉਹ ਸਾਖੀ ਉਂਝ ਹੈ ਉਹਨਾਂ ਦੀ ਇਸ ਤਰ੍ਹਾਂ ਵੀ ਹਰੀ ਚੰਦ ਰਾਜ ਦੀ ਸੂਖਮ ਤੌਰ 'ਤੇ ਪੜ੍ਹ ਹੀ ਲੈਂਦੇ ਹਾਂ, ਸਰਵਣ ਕਰ ਲੈਂਦੇ ਹਾਂ। ਹਰੀ ਚੰਦ ਬਨਾਰਸ ਜਾਏ ਵਿਖਾਏ। ਹਰੀ ਚੰਦ ਰਾਜਾ ਇਹ ਸੂਰਜ ਵੰਸ਼ ਦਾ 28ਵਾਂ ਰਾਜਾ ਹੋਇਆ ਤੇ ਪਿਤਾ ਦਾ ਨਾਮ ਤ੍ਰਿਸ਼ੰਕੂ ਸੀ। ਬੜਾ ਰਹਿਮ ਦਿਲੀ, ਨਿਆਂ ਵਿੱਚ ਬੜਾ ਮਸ਼ਹੂਰ। ਇੱਕ ਦਿਨ ਇਹਨਾਂ ਦੇ ਜੋ ਪਿਤਾ ਹਰੀ ਚੰਦ ਰਾਜ ਦਾ ਤ੍ਰਿਸ਼ੰਕੂ, ਉਹ ਵਿਸ਼ਿਸ਼ਟ ਮੁਨੀ ਜੀ ਨੂੰ ਜਾ ਕੇ ਕਹਿਣ ਲੱਗਾ, ਮੁਨੀ ਜੀ ਮੈਨੂੰ ਸਣਦੇਹੀ ਸਵਰਗ ਵਿੱਚ ਪਹੁੰਚਾ ਦਿਓ। ਅੱਗੋਂ ਵਿਸ਼ਿਸ਼ਟ ਮੁਨੀ ਨੇ ਕਿਹਾ, ਰਾਜਨ ਤੂੰ ਜਗ ਆਦਿਕ ਸ਼ੁਭ ਕਰਮ ਕਰ, ਫਿਰ ਸਰੀਰ ਤਿਆਗ ਕੇ ਸਵਰਗ ਵਿੱਚ ਜਾ ਕੇ ਰਹੇਗਾ। ਪਰ ਤ੍ਰਿਸ਼ੰਕੂ ਰਾਜਾ ਹਰੀ ਚੰਦ ਦੇ ਪਿਤਾ ਕਹਿਣ ਲੱਗੇ ਕਿ ਮੈਂ ਸਣਦੇਹੀ ਹੀ ਸਵਰਗਾਂ ਨੂੰ ਜਾਵਾਂ। ਇਹ ਕਹਿ ਕੇ ਵਿਸ਼ਿਸ਼ਟ ਮੁਨੀ ਨੂੰ ਆਖਿਆ ਕਿ ਫਿਰ ਮੈਂ ਆਪ ਜੀ ਨੂੰ ਗੁਰੂ ਹੀ ਨਹੀਂ ਧਾਰਦਾ। ਉੱਥੋਂ ਆ ਕੇ ਵਿਸ਼ਵਾਮਿੱਤਰ ਜੀ ਦਾ ਚੇਲਾ ਬਣਿਆ। ਵਿਸ਼ਵਾਮਿੱਤਰ ਨੇ ਰਾਜੇ ਤ੍ਰਿਸ਼ੰਕੂ ਨੂੰ ਕਿਹਾ ਕਿ ਮੈਂ ਤੈਨੂੰ ਸਣਦੇਹੀ ਸਵਰਗਾਂ 'ਚ ਪਹੁੰਚਾ ਦਿਆਂਗਾ। ਜਦੋਂ ਵਿਸ਼ਵਾਮਿੱਤਰ ਰਾਜੇ ਤ੍ਰਿਸ਼ੰਕੂ ਨੂੰ ਸਣਦੇਹੀ ਸਵਰਗ ਵਿੱਚ ਪਹੁੰਚਾਉਣ ਲੱਗਾ ਤਾਂ ਦੇਵਤਿਆਂ ਨੇ ਆਪਣੇ ਗੁਰੂ ਵਿਸ਼ਿਸ਼ਟ ਮੁਨੀ ਤੋਂ ਬੇਮੁਖ ਹੋਇਆ ਜਾਣ ਕੇ ਸਵਰਗ ਵਿੱਚ ਥਾਂ ਨਾ ਦਿੱਤਾ। ਦੇਵਤੇ ਆਪਣੇ ਬਲ ਨਾਲ ਰਾਜੇ ਨੂੰ ਥੱਲੇ ਨੂੰ ਸੁੱਟਣ ਅਤੇ ਵਿਸ਼ਵਾਮਿੱਤਰ ਮੰਤਰਾਂ ਦੇ ਬਲ ਨਾਲ ਰਾਜੇ ਨੂੰ ਉੱਪਰ ਵੱਲ ਚੜ੍ਹਾਏ। ਉਸ ਵੇਲੇ ਰਾਜਾ ਤ੍ਰਿਸ਼ੰਕੂ ਵਿਚਾਲੇ ਵਿਚਾਰਾ ਰਹਿ ਗਿਆ ਅਤੇ ਉੱਥੋਂ ਇੱਕ ਕਰਮਨਾਸ਼ਕਾ ਨਦੀ ਨਿਕਲਦੀ ਹੈ, ਜਿਸ ਨੂੰ ਨੌਵੇਂ ਪਾਤਸ਼ਾਹ ਜੀ ਚਰਨ ਪਾ ਕੇ ਜੀਵਾਂ ਦੇ ਭੈੜੇ ਕਰਮਾਂ ਦਾ ਨਾਸ਼ ਕੀਤਾ ਸੀ। ਇਹ ਵਿਚਾਰਾ ਵਿਚਾਲੇ ਰਹਿ ਗਿਆ। ਆਪਣੇ ਪਿਤਾ ਦੀ ਹਾਲਤ ਬਾਰੇ ਸੁਣ ਕੇ ਰਾਜਾ ਹਰੀ ਚੰਦ ਵਿਸ਼ਿਸ਼ਟ ਮੁਨੀ ਦੇ ਪੈਰੀਂ ਪੈ ਗਿਆ ਸੀ। ਇਹ ਗੱਲ ਜਾਣ ਕੇ ਵਿਸ਼ਵਾਮਿੱਤਰ ਇਸ ਨਾਲ ਬਹੁਤ ਗੁੱਸੇ ਹੋ ਗਿਆ ਕਿ ਮੈਂ ਇਹਦੇ ਪਿਓ ਨੂੰ ਸਣਦੇਹੀ ਸਵਰਗ ਵਿੱਚ ਪਹੁੰਚਾਉਣ ਡਿਆ, ਇਹ ਮੇਰੀ ਸੇਵਕੀ ਛੱਡ ਕੇ ਦੁਸ਼ਮਣ ਵਿਸ਼ਿਸ਼ਟ ਮੁਨੀ ਦਾ ਚੇਲਾ ਬਣ ਗਿਆ ਜਾ ਕੇ। ਇਸ ਈਰਖਾ ਕਰਕੇ ਰਾਜੇ ਹਰੀ ਚੰਦ ਸਬਕ ਸਿਖਾਉਣ ਲਈ ਇਹਨੇ ਸੂਰ ਦਾ ਰੂਪ ਧਾਰਨ ਕਰਕੇ ਰਾਜੇ ਦਾ ਬਾਗ ਪੁੱਟ ਦਿੱਤਾ। ਮਾਲੀ ਨੇ ਰਾਜੇ ਨੂੰ ਆ ਕੇ ਦੱਸਿਆ, ਮਹਾਰਾਜ ਜੀ ਆਪਣੇ ਬਾਗ ਵਿੱਚ ਇੱਕ ਬਹੁਤ ਭਾਰੀ ਸੂਰ ਆਇਆ ਹੈ। ਮਾਲੀ ਨੇ ਦੱਸਿਆ ਰਾਜੇ ਨੂੰ ਹਰੀ ਚੰਦ, ਜਿਹਨੇ ਸਾਰਾ ਬਾਗ ਹੀ ਉਜਾੜ ਦਿੱਤਾ। ਰਾਜੇ ਨੇ ਜੇ ਕੋਈ ਪੁੰਨਦਾਨ ਨਹੀਂ ਸੀ ਕੀਤਾ। ਉਹਨੇ ਸੋਚਿਆ ਪਹਿਲਾਂ ਸੂਰ ਦਾ ਸ਼ਿਕਾਰ ਕਰ ਲਈਏ, ਫਿਰ ਇਹ ਕੋਈ ਦਾਨ ਪੁੰਨ ਕਰਾਂਗੇ। ਉਹ ਰਾਜਾ ਘੋੜੇ ਉੱਪਰ ਚੜ੍ਹ ਕੇ ਸੂਰ ਦਾ ਸ਼ਿਕਾਰ ਕਰਨ ਲਈ ਉਹਦੇ ਮਗਰ ਚਲਾ ਗਿਆ। ਸੂਰ ਜੰਗਲ ਵੱਲ ਭੱਜ ਗਿਆ, ਬਹੁਤ ਦੂਰ ਜਾੜ 'ਚ ਜਾ ਕੇ ਲੋਪ ਹੋ ਗਿਆ ਅਤੇ ਵਿਸ਼ਵਾਮਿੱਤਰ ਇੱਕ ਬ੍ਰਾਹਮਣ ਦਾ ਰੂਪ ਧਾਰ ਕੇ ਖੂਹ ਉੱਪਰ ਬੈਠ ਗਿਆ। ਰਾਜੇ ਨੂੰ ਬਹੁਤ ਪਿਆਸ ਲੱਗੀ, ਬੁੱਲ ਸੁੱਕਦੇ ਜਾਂਦੇ ਅਤੇ ਦਾਨ ਵੀ ਅਜੇ ਕੋਈ ਨਹੀਂ ਕੀਤਾ ਸੀ। ਇਹ ਬ੍ਰਾਹਮਣ ਬਣਿਆ ਬੈਠਾ ਵਿਸ਼ਵਾਮਿੱਤਰ ਰਾਜ ਨੂੰ ਕਹਿਣ ਲੱਗਾ, ਰਾਜਨ ਤੂੰ ਮੈਨੂੰ ਇੱਥੇ ਦਾਨ ਕਰਨ ਲਈ ਕੋਈ ਸੰਕਲਪ ਕਰ ਦੇ। ਸੰਕਲਪ ਕੀਤਾ ਅਤੇ ਦਾਨ ਦਿੱਤਾ ਇੱਕੋ ਜਿਹਾ ਹੀ ਹੁੰਦਾ। ਤੂੰ ਸੰਕਲਪ ਕਰ ਲਾ, ਦਾਨ ਦੇ ਦੇ, ਇੱਕੋ ਹੀ ਗੱਲ ਹੈ। ਰਾਜੇ ਨੇ ਦਾਨ ਕਰਨ ਦਾ ਸੰਕਲਪ ਕਰਕੇ ਪਾਣੀ ਪੀ ਲਿਆ। ਤਦ ਵਿਸ਼ਵਾਮਿੱਤਰ ਨੇ ਸ਼ਰਾਬ ਨਾਲ ਇਹਦੀ ਸਾਰੀ ਸਮੱਗਰੀ ਨਾਸ਼ ਕਰ ਦਿੱਤੀ। ਜਿਸ ਕਰਕੇ 21 ਭਾਰ ਦਾਨ ਨਾ ਹੋ ਸਕਿਆ ਤਾਂ ਇਸ ਨੇ ਰਾਜੇ ਨੂੰ, ਰਾਣੀ ਨੂੰ ਅਤੇ ਇਸਦੇ ਪੁੱਤਰ ਨੂੰ 3 ਭਾਰ ਦੇ ਬਦਲੇ ਲੈ ਲਿਆ। ਭਾਰਾਂ ਦਾ ਭੰਡ ਰਾਜ ਭਾਗ ਵਿੱਚੋਂ ਕੱਢ ਦਿੱਤਾ। ਰਾਜੇ ਨੂੰ ਕਿਹਾ, ਤੂੰ ਆਪਣਾ ਦਾਨ ਦੇਣਾ ਤਾਂ ਪ੍ਰਾਣ ਪੂਰਾ ਕਰ। ਰਾਜੇ ਨੇ ਆਪਣੇ ਦਿਲ 'ਤੇ ਪੱਥਰ ਰੱਖ ਕੇ ਆਪਣੀ ਇਸਤਰੀ ਪੁੱਤਰ ਨੂੰ ਵੇਚਿਆ। ਆਪ ਕਾਂਸੀ ਦੀ ਮੰਡੀ ਵਿੱਚ ਬਨਾਰਸ ਜਾ ਕੇ ਇੱਕ ਚੰਡਾਲ ਕੋਲ ਗਿਆ, ਜਿੱਥੇ ਸ਼ਮਸ਼ਾਨ ਭੂਮੀ ਵਿੱਚ ਮੁਰਦਿਆਂ ਨੂੰ ਸਾੜਦਾ। ਚੰਡਾਲ ਵੱਲੋਂ ਹੁਕਮ ਸੀ ਕਿ 1.25 ਰੁਪਇਆ ਲੈ ਕੇ ਕਿਸੇ ਨੂੰ ਸੰਸਕਾਰ ਕਰਨ ਦੇਣਾ। ਫਿਰ ਇਹਦੇ ਜਿਹੜਾ ਪੁੱਤਰ ਚੜ੍ਹਾਈ ਕਰ ਗਿਆ ਸੀ, ਫਿਰ ਇਹਨੇ ਆਪਣੇ ਪੁੱਤਰ ਦਾ ਵੀ ਸੰਸਕਾਰ ਨਹੀਂ ਸੀ ਕਰਨ ਦਿੱਤਾ। ਭਗਵਾਨ ਖੁਸ਼ ਹੋਏ ਸੀ ਇਹਦੀ ਸੇਵਾ ਵੇਖ ਕੇ, ਇਹੋ ਜਿਹੀ ਸਤ ਪ੍ਰਤੱਗਪੁਣਾ ਵੇਖ ਕੇ।
ਸੋ ਰੋ ਵਿਚਾਰ ਕੇ ਇਹ ਜਾ ਕੇ ਕਾਂਸੀ ਦੀ ਮੰਡੀ ਵਿੱਚ ਚੰਡਾਲਾਂ ਕੋਲ ਵੇਖਿਆ ਸੀ। ਕਾਹਦੇ ਕਰਕੇ? ਕਰਮਾਂ ਦੀ ਗਤੀ ਕਰਕੇ। ਹਰੀ ਚੰਦ ਬਨਾਰਸ ਜਾਏ ਬੁਕਾਈ, ਕਿ ਹਰੀ ਚੰਦ ਵਰਗੇ ਰਾਜੇ ਵੀ ਬਨਾਰਸ ਵਿੱਚ ਜਾ ਕੇ ਕਰਮਾਂ ਦੀ ਗਤੀ ਕਰਕੇ ਬੁਕਾਈ ਵਿਕਣੇ ਪਏ, ਵਿਕਣਾ ਪਿਆ ਸੀ। ਭਵ ਮਾਹੀ ਅਗਾਧ ਗਤੀ ਤਿੰਨ ਕੀ, ਕਹਿੰਦੇ ਸੰਸਾਰ ਸਮੁੰਦਰ ਦੇ ਵਿੱਚ ਤਿੰਨ ਉਸ ਪਰਮਾਤਮਾ ਦੀ ਕਰਮਾਂ ਦੀ ਭਾਈ ਬਹੁਤ ਅਗਾਧ ਡੂੰਘੀ ਗਤੀ ਚਾਲ ਹੈ, ਰੀਤੀ ਹੈ। ਸਭ ਹਾਰ ਪਰੇ ਗਤ ਕੋਈ ਨਾ ਪਾਏ, ਸਾਰੇ ਲੋਕ ਥੱਕ ਪਏ ਹੈ, ਹੰਬ ਗਏ ਹਨ, ਪਰ ਉਸ ਪ੍ਰਭੂ ਦੀ ਤੇ ਕਰਮਾਂ ਦੀ ਗਤੀ ਵਿਧੀ ਨੂੰ ਕੋਈ ਨਾ ਪਾਏ, ਕੋਈ ਪਾ ਨਹੀਂ ਸਕਿਆ ਹੈ। ਸਵਈਆ ਸੁਰ ਕੇ ਪਤ ਕੋ ਗਹਿ ਕੇ ਜਿਹਨੇ, ਇਹ ਭਾਈ ਜਿਸ ਪ੍ਰਭੂ ਨੇ ਕਰਮਾਂ ਦੀ ਗਤੀ ਨੇ, ਪ੍ਰਭੂ ਨੇ ਅਥਵਾ ਜਾਂ ਕਰਮਾਂ ਦੀ ਗਤੀ, ਸੁਰ ਕੇ ਪਤ ਕੋ ਗਹਿ ਕੇ ਜਿਹਨੇ, ਆ ਸੁਰ ਦਾ ਪਤੀ, ਦੇਵਤਿਆਂ ਦਾ ਪਤੀ, ਮਾਲਕ, ਉਹ ਕੀ ਹੈ? ਇੰਦਰ ਹੀ ਹੈ। ਉਹ ਇੰਦਰ ਨੂੰ ਪਕੜ ਕੇ ਜਿਹਨੇ, ਜਿਸ ਪਰਮੇਸ਼ਰ ਨੇ ਜਾਂ ਜਿਸ ਕਰਮਾਂ ਦੀ ਗਤੀ ਨੇ ਸੁਰ ਕੇ ਦੇਵਤਿਆਂ ਦੇ ਪਤੀ ਨੂੰ ਗਹਿ ਕੇ ਪਕੜ ਕਰਕੇ ਮੈਂ ਮੰਡਲ ਮੋਹਗੜ ਲੰਕ ਦਿਖਾਏ, ਇਸ ਮੈਂ ਮੰਡਲ, ਇਸ ਧਰਤੀ ਮੰਡਲ ਦੇ ਵਿੱਚ ਮੋਹਗੜ, ਧਰਤੀ ਮੰਡਲ ਦੇ ਵਿੱਚ ਜੋ ਲੰਕਾ ਗੜ੍ਹ ਸੋਨੇ ਕਾ ਭਇਆ, ਲੰਕਾ ਦਾ ਜਿਹੜਾ ਗੜ੍ਹ ਕਿਲ੍ਹਾ ਸੀ ਉਹ ਦਿਖਾਏ ਵਿਖਾਉਣਾ ਕੀਤਾ। ਪਾਸ ਵਰਗ ਵਿੱਚ ਰਹਿਣ ਵਾਲੇ ਇੰਦਰ ਨੂੰ ਰਾਵਣ ਨੇ ਜਿੱਤ ਕੇ ਪੂਰੀ ਲੰਕਾ ਵਿੱਚ ਕੈਦ ਕੀਤਾ ਹੋਇਆ ਸੀ, ਅਤੇ ਨੌਕਰਾਂ ਵਾਂਗੇ ਤੋਂ ਕੰਮ ਕਰਾਉਂਦੇ ਮਾਲੀ ਆਪਣਾ ਲਾਇਆ ਹੋਇਆ ਸੀ। ਗੜ੍ਹ ਕੰਚਨ ਸਾਗਰ ਕੀ ਪਰਖਾ, ਫਿਰ ਜੋ ਰਾਵਣ ਦੀ ਲੰਕਾ ਗੜ੍ਹ, ਜਿਹੜੀ ਰਾਵਣ ਦੀ ਲੰਕਾ ਸੀ, ਗੜ੍ਹ ਕੰਚਨ, ਗੜ੍ਹ ਕਹਿੰਦਾ ਕਿਲ੍ਹਾ, ਕੰਚਨ ਕਹਿੰਦਾ ਸੋਨੇ ਨੂੰ, ਉਹ ਗੜ੍ਹ ਕੰਚਨ ਸਾਗਰ ਕੀ ਪਰਖਾ, ਰਾਵਣ ਦਾ ਲੰਕਾ ਸਾਰੀ ਸੋਨੇ ਦਾ ਹੀ ਕਿਲ੍ਹਾ ਸੀ, ਤੇ ਸਾਗਰ ਕੀ ਪਰਖਾ, ਉਹਦੇ ਆਲੇ ਦੁਆਲੇ ਸਮੁੰਦਰ ਦੀ ਹੀ ਪਰਖਾ ਖਾਈ ਸੀ। ਗੁਰਬਾਣੀ 'ਚ ਵੀ ਆਉਂਦਾ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ, ਤੇ ਰਾਵਣ ਕੇ 10 ਮੂੰਡ ਕਟਾਏ। ਫਿਰ ਵੀ ਉਸ ਰਾਵਣ ਦੇ ਵੇਖੋ ਕਰਮਾਂ ਦੀ ਗਤੀ ਨੇ, ਪਰਮੇਸ਼ਰ ਦੀ ਅਗਾਧ ਗਤੀ ਨੇ 10 ਮੂੰਡ ਕਟਾਏ। 10 ਮੂੰਡ ਜਿਹੜੇ ਸਿਰ ਉਹ ਕਟਵਾ ਦਿੱਤੇ ਸਨ, ਉਹ ਕੱਟਣੇ ਪਏ। ਵੇਖੋ ਕੱਟੇ ਹੀ ਹੈ ਨਾ, ਵੀ ਸੋਨੇ ਦੀ ਲੰਕਾ ਸਮੁੰਦਰ ਦੀ ਖਾਈ ਕਿਸੇ ਤੇ ਪਹੁੰਚਣ ਦਾ ਥਾਂ ਨਹੀਂ, ਫਿਰ ਵੀ ਉਸ ਤੇ ਰਾਵਣ ਕਿ ਉਸ ਰਾਵਣ ਦੇ ਪਰਮੇਸ਼ਰ ਦੀ ਗਤੀ ਨੇ, ਕਰਮਾਂ ਦੀ ਗਤੀ ਨੇ 10 ਸਿਰ ਕਟਵਾ ਦਿੱਤੇ। ਅਬ ਔਰਨ ਬਾਤ ਕਹਾ ਕਹੀਏ, ਹੈ ਭਾਈ ਪੰਡਤ ਗੁਲਾਬ ਸਿੰਘ ਜੀ ਕਹਿੰਦੇ ਆ, ਫਿਰ ਹੁਣ ਔਰਨ ਹੋਰਾਂ ਦੀ ਕਹਾ ਕਹੀਏ, ਕੀ ਬਾਤ ਗੱਲ ਕਹੀਏ, ਕੀ ਕਹਿਣਾ ਕਰੀਏ। ਹਰ ਤਾਤੇ ਕੇ ਪਦ ਸੰਗਲ ਪਾਏ, ਇਹ ਜਿਹੜੇ ਪਰਮੇਸ਼ਰ ਦੀ ਕਰਮਾਂ ਦੀ ਗਤੀ ਹੈ, ਪ੍ਰਭੂ ਦੀ ਅਗਾਧ ਗਤੀ ਹੈ, ਉਹਨੇ ਤੇ ਖੁਦ ਹਰ ਤੱਤ ਹੈ। ਜੋ ਹਰ ਕਹੀਏ ਭਗਵਾਨ ਕ੍ਰਿਸ਼ਨ ਜੀ ਸਨ, ਉਹਨਾਂ ਦੇ ਤਾਤੇ ਪਿਤਾ ਵਾਸੂਦੇਵ, ਮਾਤਾ ਦੇਵਕੀ ਪਦ ਸੰਗਲ ਪਾਏ, ਉਹਨਾਂ ਦੇ ਪਦ ਪੈਰਾਂ ਨੂੰ ਵੀ ਸੰਗਲ ਪਾ ਦਿੱਤੇ ਸਨ। ਇਹੋ ਜਿਹੀ ਹਾਲਤ ਹੋ ਗਈ ਸੀ। ਉਹ ਭਾਗਵਤ ਪੁਰਾਣ 'ਚ ਵੀ ਆਉਂਦਾ ਹੈ, ਦਸਮ ਗ੍ਰੰਥ ਸਾਹਿਬ 'ਚ ਵੀ ਆਉਂਦਾ ਹੈ ਵੀ ਆਹ ਜਿਹੜਾ ਕੰਸ ਸੀ ਮਾਮਾ ਭਗਵਾਨ ਕ੍ਰਿਸ਼ਨ ਦੇ, ਉਹ ਆਪਣੀ ਭੈਣ ਦੇਵਕੀ ਦਾ ਵਾਸੂ ਦੇ ਨਾਲ ਵਿਆਹ ਕਰ ਦਿੱਤਾ। ਜਦੋਂ ਵਿਆਹ ਵਿਆਹ ਕਰਕੇ ਵਿਦਾ ਕਰਨ ਨਾਲ ਜਾ ਰਿਹਾ, ਆਕਾਸ਼ਬਾਣੀ ਹੋਈ, ਉਹ ਤੇਰੀ ਭੈਣ ਦਾ 8ਵਾਂ ਬੱਚਾ ਤੇਰੀ ਮੌਤ ਦਾ ਕਾਰਨ ਹੋਵੇਗਾ, ਤੈਨੂੰ ਮਾਰਨਾ ਕਰੇਗਾ। ਇਹ ਸੁਣਦਿਆਂ ਹੀ ਇਹਨੇ ਤਾਂ ਉੱਥੋਂ ਹੀ ਰੱਥ ਘੁਮਾ ਲਿਆ, ਭੈਣ ਭਣਵਈਏ ਨੂੰ ਬਿਨਾਂ ਕੋਈ ਦੱਸੇ ਕੈਦਖਾਨੇ ਸੁੱਟ ਦਿੱਤਾ। ਉਹ ਬਥੇਰਾ ਆਖਣ ਗੱਲ ਕੀ ਹੋਈ, ਇਹ ਦੱਸੇ ਹੀ ਨਾ।
ਹੱਥਾਂ ਵਿੱਚ ਹੱਥ ਘੜੀਆਂ, ਪੈਰਾਂ ਨੂੰ ਸੰਗਲ ਪਾ ਦਿੱਤੇ, ਕਿਤੇ ਭੱਜ ਨਾ ਜਾਣ। ਅਤੇ ਬਸ ਉਸੇ ਤਰ੍ਹਾਂ ਰੱਖਿਆ ਸੀ। ਜਦੋਂ ਕ੍ਰਿਸ਼ਨ ਭਗਵਾਨ ਕੰਸ ਨੂੰ ਮਾਰਿਆ ਉਦੋਂ ਛਡਵਾਇਆ ਸੀ। ਤਾਂ ਇੱਥੇ ਕਹਿ ਰਿਹਾ ਔਰਨ ਬਾਤ ਕਹਾਂ ਕਹੀਏ। ਹੁਣ ਹੋਰਾਂ ਦੀ ਬਾਤ ਗੱਲ ਕਹਾਂ ਕਹੀਏ, ਕੀ ਕਹੀਏ ਜਾਂ ਕਹਾਂ ਕਿੱਥੇ ਕਹੀਏ। ਹਰ ਤਤ ਹੈ ਕਿ ਪਦ ਸੰਗਲ ਪਾਏ। ਹਰ ਜੋ ਕ੍ਰਿਸ਼ਨ ਭਗਵਾਨ ਉਹਨਾਂ ਦੇ ਪਿਤਾ ਵਾਸੂਦੇਵ, ਤਤ ਹੈ ਉਹਨਾਂ ਦੀ ਮਾਤਾ, ਤਤ ਹੈ ਉਹਨਾਂ ਦੇ ਪਿਤਾ, ਤਤ ਹੈ ਉਹਨਾਂ ਦੇ ਪਿਆਰੇ ਮਾਂ ਪਿਓ, ਉਹਨਾਂ ਦੇ ਪੈਰਾਂ ਵਿੱਚ ਹੀ ਸੰਗਲ ਪਾ ਦਿੱਤੇ ਸਨ ਕਰਮਾਂ ਦੀ ਗਤੀ ਨੇ। ਭਵ ਮਾਹੇ ਅਗਾਧ ਗਤੀ ਤਿਨ ਕੀ। ਇਸ ਲਈ ਹੈ ਭਾਈ ਇਸ ਸੰਸਾਰ ਦੇ ਵਿੱਚ ਉਸ ਪਰਮੇਸ਼ਰ ਦੀ ਅਥਵਾ ਕਰਮਾਂ ਦੀ ਅਗਾਧ ਗਤੀ, ਬੜੀ ਡੂੰਘੀ ਗਤੀ ਚਾਲ ਹੈ। ਸਭ ਹਾਰ ਪਰੇ ਗਤ ਕੋਈ ਨਾ। ਸਾਰੇ ਥੱਕ ਗਏ, ਸਾਰੇ ਲੋਕ ਹਾਰ ਹੰਬ ਗਏ, ਪਰ ਕੋਈ ਵੀ ਪ੍ਰਭੂ ਦੀ ਗਤੀ ਵਿਧੀ, ਕਰਮਾਂ ਦੀ ਗਤੀਵਿਧੀ, ਇਸ ਨੂੰ ਕੋਈ ਨਾ ਪਾਏ, ਕੋਈ ਪਾ ਨਹੀਂ ਸਕਿਆ ਹੈ। ਇਸ ਤਰ੍ਹਾਂ ਕਰਮਾਂ ਦੀ ਜਿਹੜੀ ਅਗਾਧ ਗਤੀ ਬੜੀ ਡੂੰਘੀ ਹੈ, ਉਹਦੇ ਸੰਬੰਧ ਵਿੱਚ ਕਵੀ ਮਹਾਰਾਜ ਜਿਹੜੇ ਕਹਿ ਰਹੇ ਹਨ, ਸਵਈਆ ਕ੍ਰਿਤ ਪੂਰਬ ਆਹੇ ਸੁਭਾ ਸੁਭ ਜੋ। ਸੁਭਾ ਸੁਭ ਇਕੱਠਾ ਹੀ ਪਾਠ। ਜੋ ਜਿਹੜੇ ਪੂਰਬ ਕ੍ਰਿਤ ਕੀਤੇ ਹੋਏ, ਜਿਹੜੇ ਪਹਿਲੇ ਜਨਮਾਂ ਦੇ ਵਿੱਚ ਸ਼ੁਭ ਚੰਗੇ ਅਸ਼ੁਭ, ਐੜਾ ਵਿੱਚੋਂ ਨਿਕਲ ਆਉਣਾ, ਸੁਭਾ ਸੁਭ ਕੰਨੇ ਵਿੱਚੋਂ ਐੜਾ ਅਸ਼ੁਭ ਹੋ ਗਿਆ। ਜਿਹੜੇ ਪਹਿਲੇ ਜਨਮਾਂ ਦੇ ਵਿੱਚ ਸ਼ੁਭ ਅਸ਼ੁਭ, ਚੰਗੇ ਅਤੇ ਮਾੜੇ ਕਰਮ ਕ੍ਰਿਤ ਕੀਤੇ ਹਨ, ਫਲ ਦੇਵਨ ਕੋ ਜਗ ਭੀਤਰ ਆਏ। ਉਹ ਜੀਵਾਂ ਦੇ ਆਪੋ ਆਪਣੇ ਕਰਮ ਹੀ ਫਲ ਦੇਵਣ ਵਾਸਤੇ ਜਗ ਭੀਤਰ ਸੰਸਾਰ ਦੇ ਵਿੱਚ ਆਏ ਹਨ। ਜੋ ਬੀਜੇ ਸੋ ਲੈਣ ਕਰਮਾਂ ਸੰਦੜਾ ਖੇਤ। ਬਲ ਤੇ ਫਲ ਦੇਹ ਸਭੈ ਚਿਨ ਕੋ। ਉਹ ਚੰਗੇ ਮੰਦੇ ਕਰਮ ਆਪਣੇ ਬਲ ਜ਼ੋਰ ਦੇ ਨਾਲ, ਬਲ ਤੇ ਫਲ, ਬਲ ਤੇ ਦਾ ਅਰਥ ਨਾਲ, ਬਲ ਦੇ ਨਾਲ, ਜ਼ੋਰ ਦੇ ਨਾਲ, ਜਨ ਕੋ ਸਭੈ ਜਨ ਕੋ ਸਾਰੇ ਜੀਵਾਂ ਨੂੰ ਫਲ ਕਹੀਏ ਫਲ ਦੇਹ ਦਿੰਦੇ ਹਨ। ਜਗ ਨਾਹੀਂ ਸਕੇ ਤਿਹ ਕੋਇ ਮਿਟਾਏ। ਉਹਨਾਂ ਕਰਮਾਂ ਨੂੰ ਜਗ ਇਸ ਸੰਸਾਰ ਦੇ ਵਿੱਚ ਕੋਈ ਮਿਟਾਏ, ਕੋਈ ਵੀ ਮਿਟਾਏ ਕਹੀਏ ਮਿਟਾ ਨਹੀਂ ਸਕਦਾ। ਜਗ ਨਾਹੀਂ ਸਕੇ ਤਿਹ ਕੋਈ ਮਿਟਾਏ। ਤਿਹ ਕਹੀਏ ਉਹਨਾਂ ਕਰਮਾਂ ਨੂੰ ਜਗ ਸੰਸਾਰ ਦੇ ਵਿੱਚ ਕੋਈ ਮਿਟਾਏ, ਕੋਈ ਮਿਟਾ ਨਹੀਂ ਸਕਦਾ ਹੈ। ਕਿਉਂਕਿ ਲਿਖ ਨਾ ਮਿਟੇ ਹੇ ਸਕੀ ਜੋ ਲਿਖਿਆ ਕਰਤਾਰ। ਨਿਸਪੇਖਨ ਡੀਲ ਹੈ ਤਾਰ ਸਮੰਗ। ਕਹਿੰਦੇ ਹੈ ਜਿਵੇਂ ਵੇਖੋ ਰਾਤ ਨੂੰ ਡੀਲ ਹੈ, ਜਿਹੜੀਆਂ ਪੁਤਲੀਆਂ ਉਹਨਾਂ ਦਾ ਪੇਖਣ ਤਮਾਸ਼ਾ ਦੇਖੀਦਾ ਹੈ। ਨਿਸਪੇਖਨ ਡੀਲ ਹੈ, ਡੀਲੇ ਦਾ ਅਰਥ ਪੁਤਲੀਆਂ, ਪੇਖਣ ਦਾ ਅਰਥ ਵੇਖਣਾ, ਤਮਾਸ਼ਾ। ਤਾਰ ਸਮੰਗ ਤਾਰ ਵਰਗਾ, ਸਮੰਗ ਕਹੀਏ ਵਰਗਾ, ਸਮਾਨ ਹੀ। ਜਿਵੇਂ ਰਾਤ ਨੂੰ ਡੀਲ ਹੈ ਪੁਤਲੀਆਂ ਦਾ ਪੇਖਣ, ਜਿਹੜਾ ਤਮਾਸ਼ਾ ਵੇਖਣ ਦੇਖੀਦਾ ਹੈ ਕਿ ਉਹ ਪੁਤਲੀਆਂ ਤਾਰ ਦੇ ਨਾਲ ਹਿਲਦੀਆਂ ਹਨ। ਭਾਵ ਜਿਵੇਂ ਜਿਵੇਂ ਤਾਰ ਫਿਰਦੀ ਹੈ, ਹੱਥ ਜਿਹੇ ਨਾਲ ਲਾਈਦਾ, ਤਿਵੇਂ ਤਿਵੇਂ ਉਹ ਪੁਤਲੀਆਂ ਚੇਸ਼ਟਾ ਕਰਦੀਆਂ, ਨੱਚਦੀਆਂ ਟੱਪਦੀਆਂ ਹੱਥਾਂ ਨਾਲ ਲਾਇਆ। ਉਹਨਾਂ ਪੁਤਲੀਆਂ ਦੇ ਤਾਰ ਵਾਲੀਆਂ ਡੀਲ ਹੈ ਪੁਤਲੀਆਂ ਦੇ ਰਾਤ ਜਿਹੜਾ ਤਮਾਸ਼ਾ ਦੇਖਣ ਦੇ ਵਾਂਗ, ਸਮੰਗ ਕਹੀਏ ਵਾਂਗ ਹੀ, ਸਮਾਨ ਹੀ
ਵਸ ਲੋਗਨ ਕੋ ਬਹੁ ਭਾਂਤ ਫਿਰਾਏ। ਉਹਦੇ ਵਾਂਗ ਹੀ ਕਰਮਾਂ ਦੀ ਜਿਹੜੀ ਗਤੀ ਹੈ ਉਹ ਲੋਗਨ ਕੋ ਲੋਕਾਂ ਨੂੰ ਅਧੀਨ ਕਰਕੇ ਆਪਣੇ ਬਹੁ ਭਾਂਤ ਫਿਰੇ, ਬਹੁਤ ਤਰ੍ਹਾਂ ਨਾਲ ਫਿਰਾਏ, ਫਿਰਾਈ ਤੁਰਾਈ ਜਾਂਦੀ ਫੇਰ ਰਹੀ ਹੈ। ਪਵ ਮਾਹੀ ਅਗਾਧ ਗਤੀ ਤਿੰਨ ਕੀ, ਉਹੀ ਅਰਥ ਤਿੰਨ ਕੀ ਉਸ ਪਰਮੇਸ਼ਰ ਦੀ ਇਸ ਸੰਸਾਰ ਦੇ ਵਿੱਚ ਅਗਾਧ ਬੜੀ ਡੂੰਘੀ ਗਤੀ ਰੀਤੀ ਚਾਲ ਹੈ। ਸਭ ਹਾਰ ਪਰੇ ਗਤ ਕੋਈ ਨਾ ਪਾਏ, ਸਾਰੇ ਹਾਰ ਪਏ ਆ ਕਰਮਾਂ ਦੀ ਗਤੀ, ਪਰਮੇਸ਼ਰ ਦੀ ਗਾਧ ਗਤੀ ਨੂੰ ਕੋਈ ਨਾ ਪਾਏ, ਕੋਈ ਪਾ ਨਹੀਂ ਸਕਿਆ, ਪ੍ਰਾਪਤ ਨਹੀਂ ਕਰ ਸਕਿਆ ਹੈ। ਇਸ ਤਰ੍ਹਾਂ ਆਪਾਂ ਸਰਵਣ ਕੀਤੇ ਹੈ ਭਾਵ ਸਮਰੱਧ ਗ੍ਰੰਥ ਦੇ ਛੰਦ 34 ਛੰਦ ਇੱਥੇ ਸਮਾਪਤ ਹੋਏ। ਹੁਣ ਆਪਾਂ ਸਮਾਪਤੀ ਕਰੀਏ, ਸਮਾਂ ਕਾਫੀ ਉੱਪਰ ਹੋ ਗਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।